ਹਿਸਟੋਰੀਕਲ ਇਵੈਂਟ ਸਾਡੇ ਬਜ਼ੁਰਗਾਂ ਨੇ ਦੇਖਿਆ ਕਿ ਬੱਚੇ ਜਿਹੜੇ ਆ ਉਹ ਕਲੱਬਾਂ ਵਿੱਚ ਜਾ ਕੇ ਪੱਬਾਂ ਵਿੱਚ ਜਾ ਕੇ ਜਾਂ ਆਪਣੇ ਆਪਣੇ ਤਰੀਕੇ ਨਾਲ ਨਿਊ ਈਅਰ ਸੈਲੀਬ੍ਰੇਟ ਕਰਦੇ ਆ। ਉਹਨਾਂ ਨੇ ਦੂਰ ਦੀ ਸੋਚੀ ਕਿ ਹੋਵੇ ਨਾ ਕਿ ਸਾਡੇ ਬੱਚੇ ਗੁਰੂ ਦੀ ਹਜ਼ੂਰੀ ਵਿੱਚ ਆਣ ਕੇ ਬੈਠਣ। ਉਹਨਾਂ ਦੀ ਚਲਾਈ ਹੋਈ ਪਿਰਤ ਅੱਜ ਲਗਭਗ ਹਰ ਗੁਰਦੁਆਰੇ ਦੇ ਵਿੱਚ ਸੰਗਤ ਇਕੱਠੀ ਹੁੰਦੀ ਹੈ ਤੇ ਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੀ ਹੈ, ਮਹਾਰਾਜ ਇਹ ਜਿਹੜਾ ਅੰਗਰੇਜ਼ੀ ਨਵਾਂ ਸਾਲ ਚੜ੍ਹਨ ਲੱਗਾ ਨਾ, ਇਹ ਤੁਸੀਂ ਕਿਰਪਾ ਕਰਿਓ ਇਹ ਵਧੀਆ ਚੜ੍ਹੇ, ਖੁਸ਼ੀਆਂ ਭਰਿਆ ਚੜ੍ਹੇ। ਸੋ ਨਿਊ ਈਅਰ ਨਹੀਂ ਇੰਪੋਰਟੈਂਟ ਹੈ ਗੁਰੂ ਦੇ ਕੋਲ ਬੈਠਣਾ ਤੇ ਪੁੱਛਣਾ, ਇਹ ਜ਼ਰੂਰੀ ਹੈ ਕਿ ਅਸੀਂ ਮਹਾਰਾਜ ਦੇ ਕੋਲ ਪੁੱਛੀਏ, ਮਹਾਰਾਜ ਸੰਸਾਰ ਤਾਂ ਫਾਰਮੈਲਿਟੀ ਕਰ ਰਿਹਾ ਹੈ, ਹੈਪੀ ਨਿਊ ਈਅਰ, ਨਵੇਂ ਸਾਲ ਦੀਆਂ ਵਧਾਈਆਂ, ਨਵਾਂ ਸਾਲ ਖੁਸ਼ੀਆਂ ਭਰਿਆ ਹੋਵੇ। These are formalities. I got hundreds of messages this evening from India. What is the reality of happiness? ਜਦੋਂ ਤੁਸੀਂ ਗੁਰੂ ਕੋਲ ਪੁੱਛੋਗੇ ਨਾ, ਗੁਰੂ ਫਿਰ ਵਿਦਾਊਟ ਐਨੀ ਕੰਪਰੋਮਾਈਜ਼ ਤੁਹਾਡੇ ਸਾਹਮਣੇ ਸੱਚ ਰੱਖਦਾ। ਉਹਦੇ ਵਾਸਤੇ ਦਿਲ ਚਾਹੀਦਾ, ਜਿਗਰ ਚਾਹੀਦਾ ਸੁਣਨ ਵਾਸਤੇ ਕਿ ਮਹਾਰਾਜ what they want to say us। ਤਾਂ ਕਈ ਜਗ੍ਹਾ ਤੇ ਮੈਨੂੰ ਗੋਰੇ ਪੁੱਛਦੇ ਆ ਸਿੱਖੀ ਕੀ ਹੈ, ਤੇ ਮੈਂ ਇੱਕ ਲਾਈਨ ਚ ਕਹਿਣਾ ਹੁੰਦਾ, ਗੁਰ ਸਿੱਖੀ ਦਾ ਕਰਮ ਇਹ ਗੁਰ ਫਰਮਾਏ ਗੁਰ ਸਿੱਖ ਕਰਨਾ। ਗੁਰੂ ਜੀ ਨੇ ਕਹਿ ਦਿੱਤਾ, ਸਿੱਖ ਨੇ ਕਮਾ ਲਿਆ, ਉਹ ਸਿੱਖ ਹੋ ਗਿਆ। ਵੈਰੀ ਵੈਰੀ ਸਿੰਪਲ ਇੰਟਰਪ੍ਰੀਟੇਸ਼ਨ ਬਾਈ ਭਾਈ ਗੁਰਦਾਸ ਜੀ, ਸਿੱਖ ਸਕਾਲਰ ਐਟ ਦਾ ਟਾਈਮ ਆਫ ਗੁਰੂ ਸਾਹਿਬ ਮਹਾਰਾਜ। ਸਾਡੇ ਘਰਾਂ ਵਿੱਚ ਬੱਚਿਆਂ ਨੇ ਬਹੁਤ ਹਾਰਡ ਬੁੱਕਸ ਪੜ੍ਹ ਲਈਆਂ, ਦ ਸੈਵਨ ਸਨ, ਹੈਰੀ ਪੋਟਰ, ਹੋਰ ਬਹੁਤ ਡਿਫੀਕਲਟ ਹਾਰਡ ਬੁੱਕਸ ਪੜ੍ਹ ਲਈਆਂ, ਪਰ ਸਾਡੇ ਘਰ ਵਿੱਚ ਅਜੇ ਭਾਈ ਗੁਰਦਾਸ ਜੀ, ਭਾਈ ਸਾਹਿਬ ਭਾਈ ਨੰਦ ਲਾਲ ਜੀ ਨਹੀਂ ਪਹੁੰਚੇ। ਐਂਡ ਦਿਸ ਇਜ਼ ਯੋਰ ਰਿਸਪੌਂਸਿਬਿਲਿਟੀ ਟੂ ਰਿਕੁਐਸਟ ਟੂ ਦ ਕਮੇਟੀ ਕਿ ਸਾਡੇ ਬੱਚਿਆਂ ਦੇ ਲੈਵਲ ਦੀਆਂ ਬੁੱਕਸ ਲਾਇਬ੍ਰੇਰੀ 'ਚ ਲਿਆ ਕੇ ਰੱਖੋ, ਅਸੀਂ ਬੱਚਿਆਂ ਵਾਸਤੇ ਬੁੱਕਸ ਘਰ ਖੜਨੀਆਂ। ਭਾਈ ਸਾਹਿਬ ਜੀ ਕਹਿੰਦੇ ਗੁਰ ਸਿੱਖੀ ਦਾ ਕਰਮ ਇਹ ਗੁਰ ਫਰਮਾਏ ਗੁਰ ਸਿੱਖ ਕਰਨਾ। ਐਂਡ ਵੇਅਰ ਇਜ਼ ਮਿਸਿੰਗ? ਗੁਰੂ ਫਰਮਾ ਰਿਹਾ, ਨਿਤਨੇਮ ਸੁਬਾਹ ਵੀ ਹੋ ਰਿਹਾ, ਸ਼ਾਮ ਨੂੰ ਵੀ ਹੋ ਰਿਹਾ, ਕੀਰਤਨ ਹੋ ਰਿਹਾ, ਅਖੰਡ ਪਾਠ ਸਾਹਿਬ ਹੋ ਰਹੇ ਨੇ, ਅਸੀਂ ਵੀ ਨਿਤਨੇਮ ਕਰਦੇ ਹਾਂ। ਮਿਸਿੰਗ ਕੀ ਹੈ? ਮਿਸਿੰਗ ਹੈ ਸਾਡੇ ਅੰਦਰ ਆਪਣੇ ਆਪ ਨੂੰ ਬਦਲਣ ਦੀ ਇੱਛਾ। ਨਿਊ ਈਅਰ ਨੇ ਤੇ ਬਦਲ ਹੀ ਜਾਣਾ, ਅਸੀਂ ਨਾ ਵੀ ਆਵਾਂਗੇ ਗੁਰਦੁਆਰੇ ਨੇ ਬਦਲ ਜਾਣਾ, ਅਸੀਂ ਨਾ ਵੀ ਅਰਦਾਸ ਕਰਾਂਗੇ, ਟਾਈਮ ਵਿਲ वो कंटिन्यू all the time। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਕਹਿੰਦੇ ਰਹੀ ਵਾਸਤੇ ਘੱਤ ਸਮੇਂ ਨੇ ਇੱਕ ਨਾ ਮੰਨੀ। ਸਮਾਂ ਤੁਰਦਾ ਜਾ ਰਿਹਾ ਹੈ, ਇਹਨੇ ਤੁਰੀ ਜਾਣਾ ਹੈ, ਤੁਸੀਂ ਸੈਲੀਬ੍ਰੇਟ ਕਰੋ ਨਾ ਕਰੋ। The important thing is that time will change every moment and we are not ready to change ourselves। This is the problem। ਇਹ ਨਹੀਂ ਕਿ ਅੱਜ 12 ਵਜੇ ਤੋਂ ਬਾਅਦ ਅਸਾਂ ਸਾਰੇ ਨੇ ਬ੍ਰਹਮ ਗਿਆਨੀ ਬਣ ਜਾਣਾ, ਇਸ ਤਰ੍ਹਾਂ ਨਹੀਂ ਹੋਣਾ ਕਿ ਕੱਲ ਨੂੰ ਸਾਡੇ ਘਰ ਵਾਲੇ ਨੇ ਦੇਵਤਾ ਬਣ ਜਾਣਾ, ਸਾਡੀ ਘਰ ਵਾਲੀ ਨੇ ਦੇਵੀ ਬਣ ਜਾਣਾ, ਐਸਾ ਹੋਣਾ ਨਹੀਂ। ਸਾਡੇ ਬੱਚੇ ਸਾਡੇ ਆਗਿਆਕਾਰੀ ਹੋ ਜਾਣੇ ਆ, ਜਾਂ ਇਸ ਦੇਸ਼ ਦੀ ਜਿਹੜੀ ਗਵਰਨਮੈਂਟ ਆ ਉਹਨੇ ਓਨੈਸਟ ਹੋ ਜਾਣਾ, ਜਾਂ ਜਿਹੜੀ ਗਜ਼ਾ ਦੇ ਵਿੱਚ ਇਜ਼ਰਾਈਲ ਦੇ ਵਿੱਚ ਵਾਰ ਚੱਲ ਰਹੀ ਹੈ ਖਤਮ ਹੋ ਜਾਣੀ। ਨਥਿੰਗ ਵਿਲ ਚੇਂਜ, It's just the matter of time ਕਿ 12 ਵਜੇ ਤੋਂ ਬਾਅਦ ਨਵਾਂ ਸਾਲ ਆਉਣਾ। That's it। ਗੁਰੂ ਸਾਹਿਬ ਕਹਿੰਦੇ ਤੇਰੀ ਜ਼ਿੰਦਗੀ ਦੇ ਵਿੱਚ ਜਦੋਂ ਬਦਲਾਵ ਆਏਗਾ ਨਾ, ਉਦੋਂ ਤੇਰੇ ਵਾਸਤੇ ਨਵਾਂ ਸਾਲ ਹੋਵੇਗਾ। ਤਾਂ ਗੁਰੂ ਕੋਲੋਂ ਪੁੱਛੀਏ, ਮਹਾਰਾਜ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਨਵਾਂ ਸਾਲ ਕਿਵੇਂ ਲਿਆਵਾਂ, ਮੇਰੇ ਅੰਦਰ ਕੁਝ ਨਵਾਂ ਕਿਵੇਂ ਬੀਤੇ। ਸਭ ਤੋਂ ਪਹਿਲਾਂ ਤੇ ਇੱਛਾ ਦਾ ਹੋਣਾ ਜ਼ਰੂਰੀ ਹੈ। ਉਹਦੇ ਵਾਸਤੇ
ਜਿਹੜੀ ਸਾਡੀ ਰੋਂਗ ਡਾਇਰੈਕਸ਼ਨ ਹੈ ਨਾ, ਉਹ ਇਹ ਹੈ ਕਿ ਦੂਸਰਿਆਂ ਨੂੰ ਬਦਲਣ ਦੀ ਪ੍ਰਬਲ ਇੱਛਾ ਹੈ। ਮੈਂ ਕਈ ਵਾਰੀ ਬੱਚਿਆਂ ਦੀ ਕੈਂਪਿੰਗ ਕੀਤੀ ਹੈ, ਪੈਰੈਂਟਸ ਦੀ ਵੱਖਰੀ ਕੀਤੀ, ਬੱਚਿਆਂ ਦੀ ਵੱਖਰੀ ਕੀਤੀ। ਬੱਚੇ ਦੇ ਆਰ ਫੁੱਲ ਆਫ ਕੰਪਲੇਂਟਸ ਵਿਦ ਦੇਅਰ ਪੈਰੈਂਟਸ। Parents are full of complaint with their kids. We are all full of complaints. ਭਰੇ ਹੋਏ ਆ ਕੰਪਲੇਂਟਸ ਦੇ ਨਾਲ। ਜਦੋਂ ਗੁਰੂ ਬਾਬਾ ਜੀ ਕੋਲ ਆਉਂਦੇ ਆ ਨਾ, ਓਨੈਸਟਲੀ ਸਾਡੀ ਅਰਦਾਸ ਹੁੰਦੀ, ਮਹਾਰਾਜ ਮੇਰੇ ਬੱਚਿਆਂ ਨੂੰ ਬਦਲ ਦਿਓ, ਮੇਰੀ ਘਰਵਾਲੀ ਨੂੰ ਬਦਲ ਦਿਓ, ਮੇਰੇ ਘਰਵਾਲੇ ਨੂੰ ਬਦਲ ਦਿਓ, ਗਵਾਂਢੀ ਬਦਲ ਦਿਓ, ਰਿਸ਼ਤੇਦਾਰ ਬਦਲ ਦਿਓ। ਸਾਡੇ ਵਿੱਚੋਂ ਕਿਸੇ ਵਿਰਲੇ ਦੀ ਇਹ ਅਰਦਾਸ ਹੁੰਦੀ ਹੈ, ਮਹਾਰਾਜ ਮੈਨੂੰ ਬਦਲ ਦਿਓ। ਉਚਾਰਨ ਕਰਿਓ ਸਤਨਾਮ। ਤੁਸੀਂ ਸਮਝੇ ਗੱਲ? ਸੰਸਾਰ ਬਦਲ ਵੀ ਜਾਏਗਾ, ਮੈਨੂੰ ਕੋਈ ਫਰਕ ਨਹੀਂ ਪੈਣਾ, ਕਿਉਂਕਿ ਮੈਂ ਨਹੀਂ ਬਦਲ ਰਿਹਾ। ਮੇਰੇ ਰਿਸ਼ਤੇਦਾਰ ਚੰਗੇ ਹੋ ਵੀ ਜਾਣਗੇ, ਮੈਂ ਚੰਗਾ ਨਹੀਂ ਹੋ ਰਿਹਾ, ਕੋਈ ਫਰਕ ਨਹੀਂ ਜੇ ਪੈਣਾ। ਮੈਂ ਸ਼ੇਖ ਸ਼ਾਦੀ ਦੀ ਲਾਈਫ ਦੇ ਵਿੱਚੋਂ ਇੱਕ ਆਰਟੀਕਲ ਉਹਦਾ ਪੜ੍ਹਿਆ। ਉਹ ਕਹਿੰਦਾ, when I was very young and I was doing prayers, ਕਿ ਹੇ ਖੁਦਾ ਮੈਨੂੰ ਇੰਨੀ ਤੌਫੀਕ ਦੇ ਕਿ ਮੈਂ ਸਾਰੀ ਦੁਨੀਆ ਬਦਲ ਦੇਵਾਂ, ਸਾਰੀ ਦੁਨੀਆ ਨੂੰ ਧਾਰਮਿਕ ਬਣਾ ਦਿਆਂ, ਸਾਰੀ ਦੁਨੀਆ ਨੂੰ ਚੰਗੀ ਬਣਾ ਦਿਆਂ। ਉਹ ਕਹਿੰਦਾ ਮੈਨੂੰ ਖੁਦਾ ਵੱਲੋਂ ਕੋਈ ਰਿਸਪੌਂਸ ਨਹੀਂ ਆਇਆ ਮੇਰੀ ਅਰਦਾਸ ਦਾ। ਓਨੈਸਟਲੀ ਸਾਨੂੰ ਇੰਨਾ ਵੀ ਭਰੋਸਾ ਨਹੀਂ, ਅਸੀਂ ਅਰਦਾਸ ਕਰਕੇ ਤੁਰ ਜਾਂਦੇ ਹਾਂ ਕਿ ਪੂਰੀ ਹੋਵੇਗੀ। ਉਹ ਕਹਿੰਦਾ ਕੋਈ ਜਵਾਬ ਨਹੀਂ ਆਇਆ। ਜਦੋਂ ਮੈਂ ਕਹਿੰਦਾ ਯੰਗ ਹੋਇਆ ਤਾਂ ਮੈਂ ਫਿਰ ਦੁਆ ਕੀਤੀ, ਹੈ ਖੁਦਾ ਕਿਰਪਾ ਕਰ ਮੈਂ ਆਪਣੇ ਸ਼ਹਿਰ ਨੂੰ ਚੇਂਜ ਕਰ ਸਕਾਂ, ਇਹਨੂੰ ਬਦਲ ਦਿਆਂ। ਕੋਈ ਅਰਦਾਸ ਨਹੀਂ ਸੁਣੀ ਗਈ। ਤੀਜੀ ਵਾਰੀ ਅਰਦਾਸ ਕੀਤੀ ਜਦੋਂ ਅਰਾਊਂਡ 50-55 ਦੇ ਵਿੱਚ ਹੋ ਗਿਆ, ਮਹਾਰਾਜ ਕਿਰਪਾ ਕਰੋ ਮੈਂ ਆਪਣੀ ਫੈਮਿਲੀ ਨੂੰ ਬਦਲ ਸਕਾਂ। There was no response by God. And when he was 80 plus, he prayed, हे खुदा किरपा कर मैं अपने आप ਨੂੰ ਬਦਲ ਲਵਾਂ। ਸਾਰੇ ਪਿਆਰ ਨਾਲ ਕਿਉਂ ਜੀ ਸਤਨਾਮ। ਅੱਜ ਉੱਚੀ ਬੋਲਿਓ ਸਤਨਾਮ। ਉਹ ਕਹਿੰਦਾ ਜਦੋਂ ਮੈਂ ਇਹ ਦੁਆ ਕੀਤੀ ਨਾ ਕਿ ਖੁਦਾ ਕਿਰਪਾ ਕਰ ਮੈਂ ਆਪਣੇ ਆਪ ਨੂੰ ਬਦਲ ਲਵਾਂ, ਤੇ ਜਵਾਬ ਆਇਆ, ਜੇ ਤੂੰ ਇਹ ਅੱਜ ਤੋਂ 50 ਸਾਲ ਪਹਿਲਾਂ ਕੀਤਾ ਹੁੰਦਾ ਤੇ ਤੇਰਾ ਜੀਵਨ ਬਦਲ ਜਾਣਾ ਸੀ। ਜੇ ਤੂੰ 50 ਸਾਲ ਪਹਿਲਾਂ ਆਪਣੀ ਦੁਨੀਆ ਨੂੰ ਬਦਲਣ ਦੀ ਬਜਾਏ, ਸ਼ਹਿਰ ਨੂੰ ਬਦਲਣ ਦੀ ਬਜਾਏ, ਫੈਮਿਲੀ ਨੂੰ ਬਦਲਣ ਦੀ ਬਜਾਏ ਜੇ ਆਪਣੇ ਬਦਲਣ ਵਾਸਤੇ ਦੁਆ ਕੀਤੀ ਹੁੰਦੀ ਤਾਂ ਤੂੰ ਬਦਲ ਜਾਣਾ ਸੀ। ਅੱਜ ਤੇਰੇ ਵਾਸਤੇ ਸੰਸਾਰ ਕੁਝ ਹੋਰ ਹੋਣਾ ਸੀ। ਬਸ ਅੱਜ ਅਸੀਂ ਇਸੇ ਤੇ ਗੱਲ ਕਰਨੀ ਹੈ ਕਿ ਹਾਊ ਆਈ ਕੈਨ ਚੇਂਜ ਮਾਈ ਸੈਲਫ। ਬਾਬਾ ਫਰੀਦ ਜੀ ਨੇ ਬੜਾ ਕਮਾਲ ਦਾ ਕਿਹਾ। ਕਹਿਣ ਲੱਗੇ ਜਦੋਂ ਅਸੀਂ ਤਿਆਰ ਹੋ ਕੇ ਜਾਂਦੇ ਹਾਂ ਮਿਲਣ ਵਾਸਤੇ ਕਿਸੇ ਨੂੰ, ਤਾਂ ਅਸੀਂ ਆਪਣੇ ਵੱਲੋਂ ਪੂਰੇ ਤਿਆਰ ਹੋ ਕੇ ਜਾਂਦੇ ਹਾਂ। ਤੁਸੀਂ ਗੁਰਦੁਆਰਾ ਸਾਹਿਬ ਵੀ ਆਏ ਹੋ, ਆਪਣੀ ਆਪਣੀ ਸਮਰੱਥਾ ਮੁਤਾਬਕ ਅਸੀਂ ਸਾਰੇ ਤਿਆਰ ਹੋ ਕੇ ਆਏ ਹਾਂ। ਜਦੋਂ ਕਿਸੇ ਨੂੰ ਮਿਲਣ ਜਾਣਾ ਹੈ ਤਿਆਰ ਹੋ ਕੇ ਜਾਂਦੇ ਹਾਂ। ਬਾਬਾ ਫਰੀਦ ਜੀ ਕਹਿੰਦੇ ਰੱਬ ਜੀ ਚਾਹੁੰਦੇ ਆ ਤੂੰ ਮੈਨੂੰ ਮਿਲਣ ਵਾਸਤੇ ਆਵੇਂ ਤੇ ਤਿਆਰ ਹੋ ਕੇ ਆਵੇਂ, ਪਰ ਤੂੰ ਤਿਆਰ ਆਪਣੀ ਮਰਜ਼ੀ ਦਾ ਨਾ ਹੋ ਕੇ ਆਵੇਂ, ਗੁਰੂ ਦੀ ਮਰਜ਼ੀ ਦਾ ਤਿਆਰ ਹੋ ਕੇ ਆਵੇਂ। ਉਚਾਰਨ ਕਰਿਓ ਸਤਨਾਮ। ਆਪਣੀ ਮਰਜ਼ੀ ਦਾ ਨਹੀਂ। ਆਪ ਸਵਾਰੇ ਮੈਂ ਮਿਲੈ, ਮੈਂ ਮਿਲਿਆ ਸੁਖ ਹੋਏ। ਬਾਬਾ ਫਰੀਦ ਜੀ ਦਾ ਸ਼ਬਦ ਸ਼ਲੋਕਾਂ ਦੇ ਵਿੱਚ ਕਹਿ ਲਗੇ ਆਪਣੇ ਆਪ ਨੂੰ ਸਵਾਰ ਤੇ ਫਿਰ ਮੈਨੂੰ ਮਿਲ। ਪਰਮਾਤਮਾ ਜੀ ਕਹਿ ਰਹੇ ਨੇ ਜਦੋਂ ਤੂੰ ਮੈਨੂੰ ਮਿਲ ਪਿਆ ਨਾ, ਫਿਰ ਡੈਫੀਨੇਟਲੀ ਤੇਰੀ ਲਾਈਫ ਜਿਹੜੀ ਹੈ ਨਾ ਉਹ ਫੁੱਲ ਆਫ ਪਲੇਜ਼ਰ ਹੋ ਜਾਣੀ ਹੈ, ਫੁੱਲ ਆਫ ਪੀਸ ਹੋ ਜਾਣੀ ਹੈ, ਫੁੱਲ ਆਫ ਸਪਿਰਿਚੁਅਲਿਟੀ ਹੋ ਜਾਣੀ ਹੈ, ਸਭ ਕੁਝ ਕੰਪਲੀਟ ਹੋ ਜਾਣਾ ਹੈ। ਪਰ ਤੂੰ ਸਵਾਰ ਕੇ ਆਪਣੇ ਆਪ ਨੂੰ ਆਈ। ਈਵਨ ਕਿ ਤੁਸੀਂ ਆਪਣੇ ਬੱਚਿਆਂ ਨੂੰ ਸਵੇਰੇ ਸਕੂਲ ਤੋਰਦੇ ਹੋ ਨਾ, ਜੇ ਸ਼ਾਵਰ ਨਹੀਂ ਵੀ ਲੈ ਸਕਦੇ ਤਾਂ ਉਹਨਾਂ ਨੂੰ ਤੁਸੀਂ ਤਿਆਰ ਕਰਦੇ ਆ, ਮੂੰਹ ਹੱਥ ਧੋ ਦਿੰਦੇ ਆ ਵੀ ਚੱਲ ਸਕੂਲੇ ਤਿਆਰ ਹੋ ਕੇ ਜਾ। ਅਸੀਂ ਰੱਬ ਜੀ ਨੂੰ ਮਿਲਣ ਵਾਸਤੇ ਇੱਛਾ ਰੱਖਦੇ ਆ ਤਾਂ ਤਿਆਰ ਤਾਂ ਹੋਣਾ ਪਵੇਗਾ। ਹੁਣ ਤਿਆਰ ਕਿਸ ਤਰ੍ਹਾਂ ਦਾ ਹੋਈਏ? ਸਾਹਿਬ ਜੀ ਕਹਿਣ ਲੱਗੇ ਗੁਰ ਮਿਲ ਚੱਜ ਆਚਾਰ ਸਿੱਖ, ਤੁਝ ਕਦੇ ਨਾ ਲੱਗੈ ਦੁੱਖ।
गुरु नूं मिल के अपना वे ऑफ लाइफ जिहड़ा है ना वो सिख। जिवें मैं बेनती की है, साडी 60 to 70% एनर्जी लगी हुई है दूजिਆਂ ਨੂੰ बदलने वास्ते, दूसरिਆਂ ਨੂੰ चेंज करना चाहुंदे आ, और वी आर ट्राइंग आवर बेस्ट। ਅਸੀਂ बाबा जी ਨੂੰ भी रिश्वत देने, बाबा जी इन्ने पैसे ले लो मेरी नौ मेरे आखे लगे। जे इत्थे ना गल बने तो फिर वो बाबे तो हैगे ही, इश्तिहार जिहड़े निकलते हैं रोज़ दिहाड़ी कि इन्ने पैसे दे दो, तुहाडा पति वस विच आ जाएगा, तुहाडी पत्नी वस विच आ जाएगी, बच्चे वस विच आ जाएंगे। सो what we want to do, we want to control others। ਅਸੀਂ ਦੂਜਿਆਂ ਨੂੰ ਆਪਣੇ ਕੰਟਰੋਲ 'ਚ ਰੱਖਣਾ ਚਾਹੁੰਦੇ ਹਾਂ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਹਾ, ਮਹਾਰਾਜ ਜੀ ਨੇ ਕਿਹਾ ਜੇ ਸੁਖੀ ਹੋਣਾ ਚਾਹੁੰਦਾ ਮਨ ਜੀਤੈ, ਨਾਲ ਬੋਲੋ ਗੁਰਬਾਣੀ, ਮਨ ਜੀਤੈ ਜਗ ਜੀਤ, ਤੂੰ ਆਪਣੇ ਆਪ ਨੂੰ ਜਿੱਤ। ਮੈਂ ਬੁੱਕ ਸੁਣ ਰਿਹਾ ਸੀ, ਆਡੀਓ ਬੁੱਕਸ ਬਹੁਤ ਸਾਰੀਆਂ ਨੇ ਵਧੀਆ YouTube ਦੇ ਉੱਪਰ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀਆਂ ਬਹੁਤ ਵਧੀਆ ਆਡੀਓ ਬੁੱਕਸ ਨੇ, ਮੈਂ ਤੁਹਾਨੂੰ ਰੈਫਰ ਕਰਾਂਗਾ। ਬਾਬਾ ਨੌਧ ਸਿੰਘ ਜੀ ਇੱਕ ਉਹਨਾਂ ਦੀ ਆਡੀਓ ਬੁੱਕ ਹੈ, ਕਮਾਲ ਦੀ ਹੈ। ਇਸ ਤੋਂ ਇਲਾਵਾ ਰਘੁਬੀਰ ਸਿੰਘ ਵੀਰ ਹੋਰਾਂ ਦੀ ਇੱਕ ਆਡੀਓ ਬੁੱਕ ਹੈ ਬੰਦਗੀਨਾਮਾ। ਮੈਨੂੰ ਆਪਣੀ ਜੌਬ ਵਾਸਤੇ ਟਰੈਵਲ ਕਰਨਾ ਪੈਂਦਾ ਹੈ, 1.5 ਘੰਟਾ ਸਵੇਰ 1.5 ਘੰਟਾ ਸ਼ਾਮ ਨੂੰ ਮੋਸਟ ਪ੍ਰੋਬਬਲੀ, ਤੇ ਮੈਨੂੰ ਉਹਨਾਂ ਆਡੀਓ ਬੁੱਕਸ ਨੇ ਬੜੀ ਸ਼ਾਂਤੀ ਦਿੱਤੀ। ਮੈਂ ਬਾਹਰ ਤੋਂ ਅੰਦਰ ਵੱਲ ਨੂੰ ਹੋ ਤੁਰਿਆ। ਸਾਡੇ ਜੀਵਨ ਦੇ ਵਿੱਚ ਚੰਗਾ ਕੁਝ ਹੋਵੇ, ਚੰਗਾ ਸੁਣਨ ਵਾਸਤੇ ਹੋਵੇ, ਚੰਗਾ ਬੋਲਣ ਵਾਸਤੇ ਹੋਵੇ। ਗੁਰੂ ਸਾਹਿਬ ਕਹਿੰਦੇ ਸ਼ੁਰੂ ਇੱਥੋਂ ਕਰ, ਨਾਨਕ ਪਰਖੈ ਆਪ ਕੋ ਸੋ ਪਾਰਖ ਜਾਣ। ਤੂੰ ਦੂਜਿਆਂ ਦੀ ਜਜਮੈਂਟ ਛੱਡ ਦੇ। ਮੈਂ ਪ੍ਰਿਜ਼ਨ ਚੈਪਲਨਸੀ ਵਿੱਚ ਆ ਸੰਗਤ, ਸਾਡੀ ਜਦੋਂ ਟ੍ਰੇਨਿੰਗ ਹੁੰਦੀ ਹੈ ਨਾ, ਉਹਦੇ 'ਚ ਫਸਟ ਸਟੈਪ ਉਹ ਕਹਿੰਦੇ ਆ ਡੋਂਟ ਜੱਜ ਪ੍ਰਿਜ਼ਨਰਸ। ਤੁਸੀਂ ਜੱਜ ਨਾ ਕਰੋ ਕੌਣ ਨੇ ਕਿੰਨਾ ਕ੍ਰਾਈਮ ਕੀਤਾ, ਤੁਹਾਡੇ ਵਾਸਤੇ ਉਹ ਰੱਬ ਦੇ ਬੰਦੇ ਨੇ। ਮੈਨੂੰ ਗੱਲ ਬੜੀ ਵਧੀਆ ਲੱਗੀ। ਬਾਬਾ ਜੀ ਕਹਿੰਦੇ ਸਭ ਤੋਂ ਪਹਿਲਾਂ ਤੂੰ ਆਪਣੇ ਵੱਲ ਨੂੰ ਝਾਤ ਮਾਰ। ਬੜੀ ਵਧੀਆ ਕਿਤਾਬ ਹੈ ਇੱਕ ਪੰਜਾਬੀ ਦੀ, ਅਸਲੀ ਵਿਦਿਆ, ਡਾਕਟਰ ਜਸਵੰਤ ਸਿੰਘ ਨੇਕੀ ਹੋਰਾਂ ਦੀ ਲਿਖੀ ਹੋਈ, ਉਹ ਅਵੇਲੇਬਲ ਹੈ ਆਨਲਾਈਨ ਵੀ। ਉਹਦੇ ਚੋਂ ਇੱਕ ਜਗ੍ਹਾ ਲਿਖਦੇ ਆ, ਕਹਿੰਦੇ ਛੋਟੇ ਹੁੰਦਿਆਂ ਮੈਨੂੰ ਕਵਿਤਾ ਲਿਖਣ ਦਾ ਸ਼ੌਂਕ ਸੀ ਸਕੂਲ ਦੇ ਵਿੱਚ। ਕਹਿੰਦੇ ਮੈਂ ਲਿਖਣੀ ਸ਼ੁਰੂ ਕੀਤੀ ਤੇ ਸਾਡੇ ਵਿੱਚ ਇੱਕ ਵਿਚਾਰਾ ਮਾੜਕੂ ਜਿਹਾ ਸੀ ਜਿਹਦਾ ਸਾਰਾ ਮਜ਼ਾਕ ਉਡਾਉਂਦੇ ਸੀ। ਕਹਿੰਦੇ ਮੈਂ ਉਹਦੇ ਉੱਪਰ ਇੱਕ ਕਵਿਤਾ ਲਿਖ ਦਿੱਤੀ। ਉਹ ਕਵਿਤਾ ਕਾਪੀ ਹੁੰਦਿਆਂ ਹੁੰਦਿਆਂ ਦੂਜਿਆਂ ਤੀਜਿਆਂ ਕੋਲੋਂ ਕਿਸੇ ਨੇ ਜਾ ਕੇ ਟੀਚਰ ਨੂੰ ਦੇ ਦਿੱਤੀ, ਫਾਰਸੀ ਦੇ ਮੇਰੇ ਅਧਿਆਪਕ ਨੂੰ ਦੇ ਦਿੱਤੀ। ਕਹਿੰਦੇ ਅਧਿਆਪਕ ਨੇ ਮੈਨੂੰ ਆਵਾਜ਼ ਮਾਰ ਲਈ, ਇੱਧਰ ਆ ਵੀ, ਐ ਤੂੰ ਕੀ ਲਿਖਿਆ ਉਹਦੇ ਬਾਰੇ। ਕਹਿੰਦੇ ਮੈਂ ਬਹੁਤ ਜ਼ਿਆਦਾ ਡਰ ਗਿਆ, ਬਚਪਨ ਸੀ, ਟੀਚਰ ਕੋਲੋਂ ਡਰ ਲੱਗਦਾ। ਕਹਿਣ ਲੱਗੇ ਤੂੰ ਕੀ ਲਿਖਿਆ ਪੁੱਤਰ। ਕੁਛ ਨਹੀਂ ਬੋਲੇ, ਕਲਾਵੇ ਚ ਲਿਆ ਟੀਚਰ ਨੇ। ਕਹਿਣ ਲੱਗੇ ਪੁੱਤਰ ਤੂੰ ਬਹੁਤ ਸੋਹਣਾ ਲਿਖਦਾ ਹੈ, ਪਰ ਜੇ ਤੈਨੂੰ ਰੱਬ ਨੇ ਲਿਖਣ ਦੀ ਤਾਕਤ ਦਿੱਤੀ ਹੈ ਨਾ ਤੇ ਕਾਲੇ ਲੇਖ ਨਾ ਲਿਖ, ਕਾਲੇ ਲੇਖ ਨਾ ਲਿਖ। ਕੁਝ ਲਿਖਣਾ ਹੈ ਤੇ ਕੁਝ ਐਸਾ ਲਿਖ ਜਿਹਦੇ ਲਿਖਣ ਕਰਕੇ ਤੇਰੀ ਲਿਖਤ ਰੱਬ ਦੇ ਦਰ ਤੇ ਵੀ ਪ੍ਰਵਾਨ ਹੋ ਜਾਏ। ਉਹ ਕਹਿੰਦੇ ਉਸ ਦਿਨ ਤੋਂ ਬਾਅਦ ਕੋਸ਼ਿਸ਼ ਕੀਤੀ ਕਿ ਮੈਂ ਕੁਝ ਨੈਗੇਟਿਵ ਕਰਾਂ ਹੀ ਨਾ। ਇਹ ਪ੍ਰੋਬਲਮ ਸਾਡੀ ਜ਼ਿੰਦਗੀ ਦੀ। ਥੋੜੇ ਜਿਹੇ ਸ਼ਾਇਦ ਮੇਰੇ ਟੀਵੀ ਦਾ ਪ੍ਰੋਗਰਾਮ ਦੇਖਦੇ ਆ, ਕੱਲ ਗੱਲ ਹੋ ਰਹੀ ਸੀ ਸਿੱਖਾਂ ਨੂੰ ਕਿਵੇਂ ਸਾਹਿਬਜ਼ਾਦਿਆਂ ਦੇ ਸ਼ਹੀਦੀ ਪੁਰਬ ਮਨਾਉਣੇ ਚਾਹੀਦੇ ਆ, ਕੀ ਕਰਨਾ ਚਾਹੀਦਾ। ਨੈਗੇਟਿਵ ਨੈਗੇਟਿਵ ਨੈਗੇਟਿਵ। ਸਾਡੇ ਕੋਲੋਂ ਦੂਜਿਆਂ ਨੂੰ ਭੰਡਣ ਵਾਸਤੇ ਹੈ, ਸਿੱਖੀ ਦੇ ਲਈ ਕੁਝ ਕਰਨ ਵਾਸਤੇ ਅਸੀਂ ਕਹੀਏ ਨਾ ਜੀ ਨਾ, ਉਹ ਤਾਂ ਪ੍ਰਬੰਧਕ ਕਰਨ, ਅਸੀਂ ਕਿਉਂ ਕਰੀਏ। ਉਹ ਤਾਂ ਗਿਆਨੀ ਸਿੰਘ ਕਰਨ, ਅਸੀਂ ਕਿਉਂ ਕਰੀਏ। ਅਸੀਂ ਕੀ ਕਰਨਾ ਹੈ। ਮੈਨੂੰ ਇੱਕ ਰਾਈਟਰ ਦੀ ਗੱਲ ਚੇਤੇ ਆਈ, ਉਹ ਕਹਿੰਦਾ ਉਹਦੀ ਹੈ ਪਾਵਰ ਆਫ ਪੋਜ਼ਿਟਿਵਿਟੀ, ਇੱਕ ਬੁੱਕ ਹੈ, ਉਹਦਾ ਆਥਰ ਲਿਖਦਾ ਸਟੋਰੀ ਇੱਕ। ਮੈਂ ਬੁੱਕਸ ਤੁਹਾਨੂੰ ਤਾਂ ਰੈਫਰ ਕਰ ਰਿਹਾ ਸੰਗਤ, ਮੇਰੀ ਇੱਕ ਅਰਦਾਸ ਹੈ ਹਰ ਗੁਰਦੁਆਰਾ ਸਾਹਿਬ ਵਾਸਤੇ, ਜਿੰਨੀ ਭੀੜ ਲੰਗਰ ਹਾਲ ਵਿੱਚ ਨਾ, ਇਹ ਤੋਂ ਵੱਧ ਭੀੜ ਤੁਹਾਡੀ ਲਾਇਬ੍ਰੇਰੀ ਵਿੱਚ ਹੋਵੇ। ਮੋਸਟ ਆਫ ਗੁਰਦੁਆਰੇ ਮੇਰੇ 15 ਸਾਲ ਵਿੱਚ ਦੇਖਦਿਆਂ ਲੰਗਰ ਹਾਲ ਵੱਡੇ ਹੋ ਗਏ, ਲਾਇਬ੍ਰੇਰੀਆਂ ਛੋਟੀਆਂ ਹੋ ਗਈਆਂ ਬਹੁਤ ਜਗ੍ਹਾ ਤੇ। ਉੱਥੇ ਤੁਹਾਡੇ ਬੱਚਿਆਂ ਦਾ ਭਵਿੱਖ ਹੈ। ਜੇ ਤੁਹਾਡੇ ਬੱਚੇ ਗੁਰਮੁਖੀ ਨਹੀਂ ਪੜ੍ਹਨਗੇ ਨਾ, 2 ਸਾਲਾਂ ਪਿੱਛੋਂ ਲਾਇਬ੍ਰੇਰੀ ਖਤਮ ਹੋ ਜਾਣੀ ਹੈ।
ਸਿੱਖਾਂ ਨੇ ਸਕਾਲਰ ਬਣਾਉਣ ਵਿੱਚ ਕਦੀ ਕੋਸ਼ਿਸ਼ ਨਹੀਂ ਕੀਤੀ। ਕੋਈ ਆਪੇ ਆਪ ਗੁਰੂ ਦੀ ਕਿਰਪਾ ਨਾਲ ਬਣ ਗਿਆ, ਗੱਲ ਵੱਖਰੀ ਹੈ। ਈਵਨ ਕਿ ਸਾਡੇ ਇੱਥੇ ਅਸੀਂ ਕਦੀ ਸੋਚਿਆ ਨਹੀਂ ਸਾਡੇ ਇੱਥੋਂ ਪੜ੍ਹੇ ਲਿਖੇ ਬੱਚੇ ਵੀ ਗੁਰਦੁਆਰਾ ਸਾਹਿਬ ਦੇ ਗਿਆਨੀ ਸਿੰਘ ਬਣ ਜਾਣ। ਮੈਂ ਤੁਹਾਨੂੰ ਦੱਸਿਆ ਪ੍ਰਿਜ਼ਨ ਦੇ ਵਿੱਚ ਕੰਮ ਕਰਦਾ, ਸਾਡੇ ਇਮਾਮ ਨੇ, ਉਹ ਇਮਾਮ ਕੋਈ PhD ਹੈ, ਕੋਈ ਮਾਸਟਰ ਡਿਗਰੀ ਹੈ, ਕੋਈ ਜਿਹੜਾ ਹੈ ਉਹ ਲਾਅ ਕਰਕੇ ਇਮਾਮ ਬਣਿਆ। ਉਹ ਕਹਿੰਦੇ ਸਾਨੂੰ ਚਾਅ ਆ ਸਾਡੇ ਧਰਮ ਦੇ ਪ੍ਰਚਾਰ ਕਰਨ ਦਾ, ਅਸੀਂ ਕਿੱਥੇ ਖੜੇ ਆ। ਉਹਦੇ ਵਿੱਚ ਉਹਨੇ ਸਟੋਰੀ ਬੜੀ ਵਧੀਆ ਲਿਖੀ। ਕਹਿੰਦਾ ਅਸੀਂ ਇੱਕ ਟੂਰ ਤੇ ਸੀ, ਟੂਰ ਪੈਕੇਜ ਲਿਆ ਹੋਇਆ ਸੀ, ਸਾਰੇ ਬੜੇ ਵਧੀਆ ਖੁਸ਼ ਸੀ। ਉੱਥੇ ਇੱਕ ਕਪਲ ਸੀ ਤੇ ਉਹ ਬੀਬੀ ਜੀ ਫੁੱਲ ਆਫ ਕੰਪਲੇਂਟਸ, ਹਰ ਗੱਲ ਤੇ ਕੰਪਲੇਂਟ। ਇਹ ਖਾਣਾ ਨਹੀਂ ਚੰਗਾ, ਆ ਟ੍ਰੇਨ ਨਹੀਂ ਚੰਗੀ, ਆ ਗੱਡੀ ਨਹੀਂ ਚੰਗੀ, ਆ ਰੂਮ ਨਹੀਂ ਚੰਗਾ, ਸਰਵਿਸ, ਸਾਰਾ ਦਿਨ ਇਹੋ ਕੰਮ। ਕਹਿੰਦੇ ਹੁਣ ਇੱਕ ਦਿਨ ਸਾਡੀ ਗੱਲਬਾਤ ਹੋਈ, ਮੈਂ ਭਾਜੀ ਨੂੰ ਪੁੱਛਿਆ ਜੀ ਕੀ ਹਾਲ ਚਾਲ ਹੈ। ਕਹਿੰਦਾ ਠੀਕ ਆ, ਕੀ ਕਰਦੇ ਹੋ? ਉਹ ਕਹਿੰਦਾ ਮੈਂ ਵਕੀਲ ਆ। ਕਹਿੰਦੇ ਤੁਸੀਂ? ਇਹ ਕਹਿੰਦਾ ਮੈਂ ਰਾਈਟਰ ਆ। ਕਹਿੰਦਾ ਵਧੀਆ ਹੈ, ਮੈਂ ਵਕੀਲ ਆ ਪਰ ਮੇਰੀ ਘਰ ਵਾਲੀ ਵੀ ਕੋਈ ਬਿਜ਼ਨਸ ਕਰਦੀ ਹੈ। ਪੁੱਛਣ ਤੋਂ ਬਿਨਾਂ ਹੀ ਦੱਸ ਦਿੱਤਾ, ਮੇਰੀ ਪਤਨੀ ਵੀ ਕੋਈ ਬਿਜ਼ਨਸ ਕਰਦੀ ਹੈ। ਇਟਸ ਨਾਟ ਫॉर ਲੇਡੀਜ਼, ਫॉर एवरीवन, ਜਸਟ ਅ ਸਟੋਰੀ। ਉਹ ਕਹਿੰਦਾ ਅੱਛਾ ਜੀ, ਕੀ ਕਰਦੀ ਹੈ? ਕਹਿਣ ਲੱਗਾ ਇਹ ਸਾਰਾ ਦਿਨ ਦੁੱਖ ਪੈਦਾ ਕਰਦੀ ਹੈ, ਸਾਰਾ ਦਿਨ ਦੁੱਖ ਦੀ ਫੈਕਟਰੀ ਖੋਲੀ ਹੋਈ ਹੈ, ਦੁੱਖ ਹੀ ਪੈਦਾ ਕਰਦੀ ਹੈ, ਆਪਣੇ ਅੰਦਰੋਂ ਦੁੱਖ ਪੈਦਾ ਕਰਦੀ ਹੈ। ਹੁਣ ਜਿਹੜੀ ਚੀਜ਼ ਸਾਡੇ ਅੰਦਰ ਸੰਗਤ ਹੋਵੇਗੀ ਨਾ, ਅਸੀਂ ਕਿਸੇ ਨੂੰ ਉਹੋ ਹੀ ਦੇ ਸਕਦੇ ਹਾਂ। ਉਚਾਰਨ ਕਰਿਓ ਸਤਨਾਮ। ਮੈਂ ਓਨੈਸਟਲੀ ਕਈ ਵਾਰੀ ਮੇਰੇ ਕੋਲ ਵਾਇਲਟ ਨਹੀਂ ਹੁੰਦਾ, ਪਰਸ ਨਹੀਂ ਹੁੰਦਾ, ਮੇਰਾ ਪੈਸੇ ਨਹੀਂ ਹੁੰਦੇ, ਤਾਂ ਮੈਂ ਰਾਗੀ ਸਿੰਘਾਂ ਨੂੰ, ਗਿਆਨੀ ਸਿੰਘਾਂ ਨੂੰ ਨਹੀਂ ਦੇ ਸਕਦਾ ਹੁੰਦਾ। ਮੈਨੂੰ ਮਹਿਸੂਸ ਹੁੰਦਾ ਹੋਣੇ ਚਾਹੀਦੇ ਆ, ਜੇ ਹੈ ਨਹੀਂ ਤਾਂ ਕਿੱਥੋਂ ਦੇਵਾਂਗੇ। ਕਿਸੇ ਕੋਲ ਪੈਸੇ ਆ ਉਹ ਪੈਸੇ ਦੇ ਸਕਦਾ ਹੈ, ਕਿਸੇ ਕੋਲ ਜੇ ਪੈਸੇ ਨਹੀਂ ਕਿੱਥੋਂ ਦੇਵੇਗਾ। ਮੈਂ ਬੇਨਤੀ ਕਰਾਂ, ਜੇ ਸਾਡੇ ਅੰਦਰ ਸੁੱਖ ਨਹੀਂ ਹੈ ਤੇ ਕਿਸੇ ਨੂੰ ਸੁੱਖ ਕਿੱਥੋਂ ਦੇਵਾਂਗੇ। ਅਸੀਂ ਦੇਣਾ ਚਾਹੁੰਦੇ ਹਾਂ ਪਰ ਸਾਡੇ ਅੰਦਰ ਉਹ ਸੁੱਖ ਨਹੀਂ ਹੈ। ਅਸੀਂ ਰੋਜ਼ ਪੜ੍ਹੀ ਜਾ ਰਹੇ ਹਾਂ, ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ਼। ਇੱਕ ਵਾਰੀ ਸਾਰੇ ਪੜ੍ਹਿਓ ਜੀ, ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ਼। ਪਰ ਹੈ ਵਿਗਾਸ? ਓਨੈਸਟਲੀ ਹੈ ਖੇੜਾ? ਹੈ ਕਿਸੇ ਨੂੰ ਦੇਣ ਵਾਸਤੇ ਸੁੱਖ? ਹੈ ਕਿਸੇ ਨੂੰ ਦੇਣ ਵਾਸਤੇ ਹੈਪੀਨੈਸ ਸਾਡੇ ਅੰਦਰ? ਕਿਉਂਕਿ ਮਹਾਰਾਜ ਜੀ ਸਾਨੂੰ ਕਹਿ ਰਹੇ ਆ ਤੂੰ ਤਾਂ ਹੀ ਦੇ ਸਕਦਾ ਜੇ ਤੇਰੇ ਕੋਲ ਕੁਝ ਹੋਵੇਗਾ। ਤੇ ਸਾਡੇ ਕੋਲ ਕੀ ਹੈ? ਵੀ ਆਰ ਫੁੱਲ ਆਫ ਕੰਪਲੇਂਟਸ। ਫਿਰ ਮਹਾਰਾਜ ਜੀ ਦੇ ਕੋਲ ਆਣ ਕੇ ਪੁੱਛਣਾ ਪਵੇਗਾ। ਜਦੋਂ ਕੋਈ ਪ੍ਰੋਬਲਮ ਹੋਵੇ ਨਾ, ਗੁਰੂ ਇਸ ਕਰਕੇ ਨਹੀਂ ਕਿ ਤੁਸੀਂ ਉਹਦੇ ਕੋਲੋਂ ਡਿਮਾਂਡਸ ਰੱਖੋ, ਇਸ ਕਰਕੇ ਨਹੀਂ ਹੈ। ਗੁਰੂ ਇਸ ਕਰਕੇ ਹੈ ਕਿ ਤੁਸੀਂ ਜਦੋਂ ਰੀਅਲਾਈਜ਼ ਕਰ ਲਿਆ ਕਿ ਮੈਂ ਦੁਖੀ ਹਾਂ, ਜਦੋਂ ਰੀਅਲਾਈਜ਼ ਕਰ ਲਿਆ ਕਿ ਆਈ ਹੈਵ ਨੋ ਵੇ, ਜਦੋਂ ਰੀਅਲਾਈਜ਼ ਕਰ ਲਿਆ ਕਿ ਮੇਰੇ ਸਾਰੇ ਦੁਸ਼ਮਣ ਬਣ ਗਏ ਨੇ, देयर इज ਲਾਈਫ इज ਫੁੱਲ ਆਫ ਕੰਪਲੇਂਟਸ, ਗੁਰੂ ਕੋਲ ਆਣ ਕੇ ਬੈਠਣਾ, ਗੁਰੂ ਨੂੰ ਸੁਣਾਉਣੀ ਨਹੀਂ, ਗੁਰੂ ਨੂੰ ਸੁਣਨਾ ਸ਼ੁਰੂ ਕਰਨਾ। ਸਾਡੀ ਇਹ ਮੁਸ਼ਕਿਲ ਬੜੀ ਵੱਡੀ ਹੈ। ਅਸੀਂ ਸਾਰਿਆਂ ਨੇ ਕੋਈ ਨਾ ਕੋਈ ਅਰਦਾਸ ਕੀਤੀ ਹੈ। ਭਾਈ ਸਾਹਿਬ ਜੀ ਨੂੰ ਵੀ ਅਰਦਾਸ ਦੀ ਅਸੀਂ ਇੱਕ ਲਿਸਟ ਦੇ ਦੇਣੀ ਹੈ, ਭਾਈ ਸਾਹਿਬ ਜੀ ਇਹ ਸਾਡੀਆਂ ਅਰਦਾਸਾਂ ਨੇ, ਕਰਿਓ ਜ਼ਰੂਰ, ਠੀਕ ਹੈ, ਸਾਡੀ ਪਰੰਪਰਾ। ਪਰ ਅਰਦਾਸਾਂ ਕਰਵਾਉਣ ਤੋਂ ਬਾਅਦ ਕੀ ਹੈ? ਕਦੀ ਆਪਣੇ ਆਪ ਨੂੰ ਪੁੱਛਿਆ ਮੈਂ ਅਰਦਾਸ ਕਰਵਾਈ ਆ, ਗੁਰੂ ਨੇ ਤੇ ਇਹਦਾ ਕੋਈ ਜਵਾਬ ਹੀ ਨਹੀਂ ਦਿੱਤਾ। It's same like you are going to doctor and you are explaining your diseases and so, and when doctor want to say something, ਤੁਸੀਂ ਕਹਿੰਦੇ ਹੋ ਡਾਕਟਰ ਸਾਹਿਬ ਬਾਏ ਬਾਏ, ਮੈਂ ਚੱਲੀ ਘਰ ਹੁਣ। ਡਾਕਟਰ ਨੂੰ ਸਾਰੀਆਂ ਪ੍ਰੋਬਲਮਸ ਦੱਸ ਦਿੱਤੀਆਂ। ਜਦੋਂ ਡਾਕਟਰ ਕੁਝ ਦੱਸਣਾ ਚਾਹੁੰਦਾ, ਅਸੀਂ ਆਪਣੇ ਘਰ ਉੱਠ ਕੇ ਆ ਜਾਂਦੇ ਹਾਂ। ਅਸੀਂ ਅਰਦਾਸਾਂ ਕੀਤੀਆਂ, ਸਾਨੂੰ ਗੁਰੂ ਜੀ ਦਾ ਹੁਕਮਨਾਮਾ ਘਰ ਜਾਣ ਤੱਕ ਚੇਤੇ ਨਹੀਂ ਰਿਹਾ। ਉਚਾਰਨ ਕਰਿਓ ਸਤਨਾਮ। ਇਹ ਹੁਕਮਨਾਮਾ ਹੀ ਸਾਡਾ ਜਵਾਬ ਸੀ। ਅਸੀਂ ਅਰਦਾਸ ਕੀਤੀ, ਗੁਰੂ ਜੀ ਨੇ ਉਹਦਾ ਜਵਾਬ ਦਿੱਤਾ। ਸਦ ਸੁਣਦਾ ਸਦ ਵੇਖਦਾ, ਸ਼ਬਦ ਰਹਿਆ ਭਰਪੂਰ। ਇਸ ਕਰਕੇ ਮੈਂ ਕੁਝ ਬੇਨਤੀਆਂ ਕਰਨੀਆਂ ਨੇ, ਤੇ ਜੇ ਅਗਲੇ ਸਾਲ ਆਇਆ ਤੇ ਮੈਂ ਪੁੱਛਾਂਗਾ, ਮੈਨੂੰ ਚੇਤੇ ਰਹਿੰਦੀਆਂ ਗੱਲਾਂ। ਜਦੋਂ ਵੀ ਗੁਰਦੁਆਰਾ ਸਾਹਿਬ ਆਓ,
ਆਪ ਹੁਕਮਨਾਮਾ ਲਓ। ਜੇ ਨਹੀਂ ਲੈ ਸਕਦੇ, ਸਾਡੇ 'ਚ ਬਹੁਤ ਡਰ ਆ। ਮੈਂ ਨਿੱਕਾ ਜਿਹਾ ਕੰਪੈਰੀਜ਼ਨ ਕਰਾਂ, ਕਿਸੇ ਮੁਸਲਮਾਨ ਪਰਿਵਾਰ ਕੋਲੋਂ ਪੁੱਛ ਕੇ ਦੇਖ ਲਿਓ, ਤੁਹਾਨੂੰ ਕੁਰਾਨ ਪੜ੍ਹਨੀ ਆਉਂਦੀ ਹੈ? ਇਹ ਮੈਂ ਕਹਿ ਰਿਹਾ ਤਜਰਬੇ ਦੇ ਨਾਲ। ਕਿਸੇ ਮੁਸਲਮਾਨ ਪਰਿਵਾਰ ਨੂੰ ਪੁੱਛ ਲਿਓ, ਉਹ ਕਹਿਣਗੇ ਸਾਡਾ 8 ਸਾਲ ਦਾ ਬੱਚਾ ਕੁਰਾਨ ਜ਼ਬਾਨੀ ਯਾਦ ਕਰ ਰਿਹਾ। ਮੈਂ ਵਿਜ਼ਿਟ ਕਰਦਾ ਮਲਟੀਫੇਥ ਕਰਕੇ ਮਸਜਿਦਾਂ ਦੇ ਵਿੱਚ, ਕੁਐਂਟਰੀ ਸੀ, ਉਹਨਾਂ ਨੇ ਸਾਨੂੰ ਕਲਾਸਰੂਮ ਦਿਖਾਏ ਬੜੇ ਬੜੇ ਵੱਡੇ, ਤੇ ਉਹ ਅਰੈਬਿਕ ਲੈਂਗੁਏਜ ਦੇ ਵਿੱਚ ਪੜ੍ਹਾਉਂਦੇ ਨੇ। ਇਹ ਨਹੀਂ ਵੀ ਉਹਦੀ ਟਰਾਂਸਲੇਸ਼ਨ ਪੜ੍ਹਾਉਂਦੇ ਆ। ਅਸੀਂ ਕਹਿੰਦੇ ਕਿੰਨੇ ਕੁ ਬੱਚੇ ਆਉਂਦੇ? ਕਹਿਣ ਲੱਗੇ ਬੱਚੇ ਹੁਣ ਘਟ ਗਿਆ, 200 ਬੱਚਾ ਹੁੰਦਾ, 200 ਬੱਚਾ। ਅਸੀਂ ਹਮ ਦੋ ਹਮਾਰੇ ਦੋ ਕਹਿ ਕੇ ਅਸੀਂ ਬਸ ਨੁਕਰੇ ਲੱਗੇ ਹਰ ਜਗ੍ਹਾ ਤੇ। ਰੋਜ਼ ਅਸੀਂ ਪੜ੍ਹ ਰਹੇ ਹਾਂ ਹੁਕਮੀ ਹੋਵਨ ਜੀ, ਹੁਕਮ ਮਿਲਿਆ ਵਡਿਆਈ। ਮੈਂ ਓਨੈਸਟਲੀ, ਪਲੀਜ਼ ਡੋਂਟ ਮਾਈਂਡ, ਹਰ ਸਿੱਖ ਦੇ ਘੱਟ ਤੋਂ ਘੱਟ 5 ਬੱਚੇ ਹੋਣੇ ਚਾਹੀਦੇ। ਅਸੀਂ ਗਲਤੀ ਕੀਤੀ, ਅਗਲੀ ਜਨਰੇਸ਼ਨ ਨਾ ਕਰਿਓ ਜੇ। ਮੈਂ ਓਪਨਲੀ ਕਹਿ ਰਿਹਾ ਗੱਲ, ਨਹੀਂ ਤੇ ਡੈਮੋਕ੍ਰੇਸੀ 'ਚ ਤੁਸੀਂ ਗਵਾਚੇ ਨਹੀਂ ਲੱਭੋਗੇ। ਐਟ ਦ ਮੂਮੈਂਟ ਵੀ ਆਰ ਲੈਸ ਦੈਨ 1% ਇਨ ਦਿਸ ਕੰਟਰੀ, ਬਟ ਲੱਕੀਲੀ ਵੀ ਆਰ ਦਾ ਥਰਡ ਫੇਥ ਜਿਨ੍ਹਾਂ ਦੇ ਕੋਲ ਸਭ ਤੋਂ ਵੱਧ ਲੈਂਗੁਏਜ ਹੈ, ਐਜੂਕੇਸ਼ਨ ਹੈ। ਸਭ ਤੋਂ ਵੱਧ ਐਜੂਕੇਸ਼ਨ ਤੁਸੀਂ ਹੈਰਾਨ ਹੋਵੋਗੇ ਯਹੂਦੀਆਂ ਕੋਲ, ਦੂਜੇ ਨੰਬਰ ਤੇ ਹਿੰਦੂਆਂ ਕੋਲ, ਤੀਸਰੇ ਨੰਬਰ ਤੇ ਸਿੱਖਾਂ ਕੋਲ। ਸਭ ਤੋਂ ਵੱਧ ਪ੍ਰਾਪਰਟੀ ਤੁਹਾਡੀ, ਸਭ ਤੋਂ ਵੱਧ ਚੈਰਿਟੀ ਤੁਹਾਡੀ। ਪ੍ਰੋਬਲਮ ਇਹ ਹੈ ਕਿ ਡੈਮੋਕ੍ਰੇਸੀ ਨੂੰ ਹੈਂਡਲ ਕਰਨ ਵਾਸਤੇ ਮਸਜਿਦਾਂ ਤਾਂ ਸਿਖਾਇਆ ਜਾ ਰਿਹਾ ਹੈ, ਗੁਰਦੁਆਰੇ ਨਹੀਂ ਸਿਖਾਇਆ ਜਾ ਰਿਹਾ। ਉਹ ਕਹਿਣ ਲੱਗੇ ਸਾਡੇ ਬੱਚੇ ਆਉਂਦੇ ਆ, ਪੈਰੈਂਟਸ ਛੱਡ ਕੇ ਜਾਂਦੇ ਆ, ਅਸੀਂ ਉਹਨਾਂ ਨੂੰ ਅਰਬੀ ਲੈਂਗੁਏਜ ਸਿਖਾਉਂਦੇ ਆ, ਜਿਵੇਂ ਅਸੀਂ ਆਪਣੇ ਗੁਰਦੁਆਰੇ ਦੇ ਸਕੂਲਾਂ ਵਿੱਚ ਊੜਾ ਐੜਾ ਸਿਖਾਉਂਦੇ ਆ। ਮੈਂ ਟੀਚ ਕੀਤਾ 2-3 ਸਾਲ ਚਲਾਓ, A ਲੈਵਲ ਵੀ ਪੜ੍ਹਾਇਆ, ਸਾਡੀ ਕੰਮ ਖਤਮ ਹੋ ਗਿਆ। ਕਹਿੰਦੇ ਕਿ ਬੱਚਿਆਂ ਨੂੰ ਅਰਬੀ ਬੋਲੀ ਸਿਖਾ ਕੇ ਫਿਰ ਅਸੀਂ ਕੁਰਾਨ ਪੜ੍ਹਾਉਂਦੇ ਆ ਤੇ ਕੁਰਾਨ ਦਾ ਸਬਕ ਦਿੰਦੇ ਆ, ਉਹ ਅਗਲੇ ਹਫਤੇ ਜ਼ੁਬਾਨੀ ਯਾਦ ਕਰਕੇ ਆਉਂਦਾ, ਜ਼ੁਬਾਨੀ ਯਾਦ ਕਰਕੇ ਆਉਂਦਾ ਹੈ। ਅਸੀਂ ਕਿੱਥੇ ਖੜੇ ਹਾਂ? ਸਾਡੇ ਗੁਰਦੁਆਰੇ ਦਾ ਪੰਜਾਬੀ ਸਕੂਲ ਕਿੱਥੇ ਖੜਾ ਹੈ? ਭਾਈ ਸਾਹਿਬ ਜੀ ਦੀ, ਮੈਨੂੰ ਖਿਮਾ ਕਰਨਾ, ਮੈਂ ਦੁਨੀਆ ਭਰ 'ਚ ਗੱਲ ਕਹਿਣਾ, ਭਾਈ ਸਾਹਿਬ ਜੀ ਦੀ ਡਿਊਟੀ ਚਾਦਰਾਂ ਵਿਛਾਉਣ ਦੀ ਨਹੀਂ ਹੈ, ਦਰੀਆਂ ਵਿਛਾਉਣ ਦੀ ਨਹੀਂ ਹੈ, ਦੇਗ ਤਿਆਰ ਕਰਨ ਦੀ ਨਹੀਂ ਹੈ। ਭਾਈ ਸਾਹਿਬ ਜੀ ਦੀ ਡਿਊਟੀ ਹੈ ਸਾਨੂੰ ਧਰਮ ਦੀ ਐਜੂਕੇਸ਼ਨ ਦੇਣ ਦੀ। ਸਿਰਫ ਉਹ ਸਾਨੂੰ ਐਜੂਕੇਸ਼ਨ ਦੇਣ, ਸਾਨੂੰ ਗਾਈਡ ਕਰਨ। ਜਿਸ ਨੂੰ ਗੁਰਬਾਣੀ ਨਹੀਂ ਆਉਂਦੀ ਉਹਨੂੰ ਗੁਰਬਾਣੀ ਸਿਖਾਉਣ, ਜਿਹਨੂੰ ਗੁਰਮੁਖੀ ਨਹੀਂ ਆਉਂਦੀ ਉਹਨੂੰ ਗੁਰਮੁਖੀ ਸਿਖਾਉਣ। ਅਸੀਂ ਸਾਰਾ ਮਿਲਗੋਬਾ ਸਿਸਟਮ ਵਿੱਚ ਕਰ ਦਿੱਤਾ। ਇੱਥੋਂ ਦਾ ਕਸੂਰ ਨਹੀਂ, ਸਾਰੇ ਇੰਗਲੈਂਡ ਦੇ ਵਿੱਚ ਹੀ ਹੈ, ਸਾਰੇ ਯੂਰਪ ਦੇ ਵਿੱਚ ਹੀ ਹੈ। ਹੁਣ ਤੁਸੀਂ ਇੱਥੇ ਪ੍ਰੋਬਲਮ ਇੱਥੋਂ ਸ਼ੁਰੂ ਹੋਣੀ ਤੁਹਾਡੇ ਬੱਚਿਆਂ ਵਾਸਤੇ, ਜਿਹੜੇ ਚੈਲੰਜਸ ਨੇ, ਜਿਹੜੇ ਸਾਨੂੰ ਫੇਸ ਕਰਨੇ ਪੈ ਰਹੇ ਨੇ। ਉਹ ਬੱਚਾ ਕੁਰਾਨ ਜ਼ਬਾਨੀ ਯਾਦ ਕਰਕੇ ਆ ਰਿਹਾ ਹੈ, ਉਹ ਹਦੀਸ ਜ਼ਬਾਨੀ ਯਾਦ ਕਰਕੇ ਆ ਰਿਹਾ ਹੈ। ਤੁਹਾਡੇ ਬੱਚੇ ਨੂੰ ਤੁਸੀਂ ਮੂਲ ਮੰਤਰ ਦਾ ਪਾਠ ਵੀ ਨਹੀਂ ਸਿਖਾਇਆ। It's a biggest challenge for you in these coming years। ਇਸ ਵੇਲੇ ਸਫਰ ਕਰ ਰਹੇ ਅਸੀਂ। ਹੁਣ ਜਦੋਂ ਉਹਨਾਂ ਨੇ ਸਕੂਲ 'ਚ ਇਕੱਠਿਆਂ ਪੜ੍ਹਨਾ, ਉਸ ਬੱਚੇ ਬੱਚੀ ਨੇ ਤੁਹਾਡੇ ਬੱਚੇ ਨੂੰ ਪੁੱਛਣਾ ਕਿ ਤੁਹਾਡੇ ਖੁਦਾ ਦੀ ਕੋਈ ਕਿਤਾਬ ਹੈਗੀ ਹੈ, ਰੱਬ ਦੀ ਕਿਤਾਬ? ਬੱਚੇ ਨੇ ਕਹਿਣਾ ਹਾਂ ਗੁਰੂ ਗ੍ਰੰਥ ਸਾਹਿਬ ਹੈਗਾ। ਅੱਛਾ, ਸਾਡੇ ਖੁਦਾ ਦੀ ਕਿਤਾਬ ਕੁਰਾਨ ਹੈ, ਤੁਹਾਡੇ ਖੁਦਾ ਦੀ ਕਿਤਾਬ ਵਿੱਚ ਕੀ ਲਿਖਿਆ? ਇੱਥੇ ਸਾਡੇ ਲਈ ਬਹੁਤ ਵੱਡੀ ਮੁਸ਼ਕਿਲ ਹੈ, ਬੜਾ ਵੱਡਾ ਚੈਲੰਜ ਹੈ। ਅਜੇ ਤੱਕ ਸਾਨੂੰ ਇਹ ਯਕੀਨ ਹੀ ਨਹੀਂ ਆਇਆ ਕਿ ਖੁਦਾ ਦੀ ਕਿਤਾਬ ਹੈ, ਰੱਬ ਦੀ ਕਿਤਾਬ ਹੈ, ਵਾਹਿਗੁਰੂ ਦੇ ਦਰ ਤੋਂ ਆਈ ਹੈ। ਅਜੇ ਤੱਕ ਸਿੱਖਾਂ ਨੇ ਇਹ ਕੰਪਲੀਟਲੀ ਦਾਅਵਾ ਨਹੀਂ ਜਤਾਇਆ, ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰ ਸਿੱਖੋ, ਹਰ ਕਰਤਾ ਆਪ ਮੂੰਹੋਂ ਕਢਾਏ। ਇਹਦੇ ਮੈਂ ਸਿੰਪਲ ਜਿਹਾ ਅਰਥ ਕਰ ਦਿਆਂ। ਮਹਾਰਾਜ ਜੀ ਕਹਿਣ ਲੱਗੇ ਸਤਿਗੁਰੂ ਦੇ ਬਚਨਾਂ ਨੂੰ ਸਦੀਵੀ ਸੱਚ, ਸੰਪੂਰਨ ਸੱਚ ਕਰਕੇ ਜਾਣੋ, ਕਿਉਂਕਿ ਵਾਹਿਗੁਰੂ ਨੇ ਗੁਰੂ ਦੀ ਰਸਨਾ ਤੇ ਬੈਠ ਕੇ ਬਾਣੀ ਬਖਸ਼ਿਸ਼ ਕੀਤੀ ਹੈ। ਉਚਾਰਨ ਕਰਿਓ ਸਤਨਾਮ। ਫਿਰ ਨਾਲ ਇੱਕ ਹੋਰ ਬਚਨ ਲਿਖ ਦਿੱਤਾ, ਸਤਿਗੁਰੂ ਕੀ ਰੀਸੇ ਹੋਰ ਕੱਚ ਪਿੱਚ ਬੋਲਦੇ, ਸੇ ਕੁੜਿਆਰ ਕੂੜੇ ਝੜ ਭਰੀਏ। ਗੁਰੂ ਦੀ ਰੀਸ ਤੇ ਕਈ ਕੱਚੀਆਂ ਬਾਣੀਆਂ ਬਣਾ ਕੇ ਬਹਿ ਗਏ, ਗ੍ਰੰਥ ਬਣਾ ਕੇ ਬਹਿ ਗਏ। ਮਹਾਰਾਜ ਜੀ ਕਹਿਣ ਲੱਗੇ ਉਹ ਕੁੜਿਆਰ ਨੇ। ਪਹਿਲੀ ਗੱਲ ਤੇ ਯਕੀਨ ਹੋਵੇ, ਦੂਜੀ ਗੱਲ ਇਹਦੇ ਖੋਜ ਜ਼ਰੂਰੀ ਹੈ।
गुरु अर्जन देव महाराज जी ने जो गुरु ग्रंथ साहिब जी की संपादना की ना, पहली बारी प्रकाश होंदा श्री हरमंदर साहिब विखे। उस तो पहलों जो सारे गुरु साहबान बाणी नूं रागबद्ध किया, भगतां दी बाणी सारी, तो उदों गुरु अर्जन देव महाराज जी ने जो ये बाणी सारी दे दर्शन किए ना, महाराज ने एक शब्द लिखा उत्थे, असी तो यह है ना भी साडे कोल खजाना हैगा जी, प्यो दादे की जमीन हैगी है, दुकान हैगी है, प्रॉपर्टी हैगी है, वो जो चेते आउंदी बड़े खुश हुंदे आ। गुरु अर्जन देव महाराज की खुशी देखो, जिहड़ी जिथे तक मैं तुहानूं लैके जाना चाहुंदा, यह खुशियां अधूरियां ने। महाराज जी कहने लगे, प्यो दादे का खोल डिठा खजाना, दादा गुरु नानक साहब जी, प्यो दादे का खोल डिठा खजाना, ता मेरा मन भया निधाना। कहने लगे, बाहरी गल नहीं की, कह लगे जो मैं इस बाणी नूं पढ़िया तो मेरा मन अमीर हो गया, मेरा मन बादशाह हो गया। उदों मेरे ते एक कृपा हो गई, मत विच रतन जवाहर माणिक, जे सारे बोलो, जे एक गुर की सिख सुनी है। जिहड़ी सिक्खी दी अनमता गुरु नूं सुनन तो हुंदी है। जिहड़ा काम असीं करना आ, मैं जिवें बेनती की है, असीं देना चाहुंदे आ अपने बच्चों नूं, परिवार नूं, अपने रिलेटिव्स नूं, पर वो चीज़ साडे कोल नहीं है, ते सानूं कित्थों मिलेगी? गुरु साहब जी कहन लगे, नानक भगतां सदा विगास, सुनिया दुख पाप का नाश। सदा विगास, सदा आनंद, सदा चढ़दी कला। ਉਹਦੀਆਂ मैं 2 एग्जाम्पल्स दे लगा इतिहास विचों। साहिबजादियां दी चढ़दी कला तुसीं वजीर खान की कचहरी विच देखी है, इतिहास सुनिया, मूवी देखी है। 6 ते 8 साल के बच्चे ने, वजीर खान की कचहरी विच उन्हां दे नाल कोई नहीं है, ना दादी माँ, ना कोई सिख है, कोई भी नहीं, और उन्हां दा सपोर्टर भी उत्थे कोई नहीं। मैं इत्थे लिया के तुहानूं खड़ा करना चाहुंदा, तुहाडे बच्चियां कोल ओह दौलत होवे जिहड़ी साहिबजादियां दे कोल आ, ओह स्कूल विच, ओह समाज विच किते भी इकल्ले होण, ओह इह गल कह सकन, गुर मेरे संग सदा है नाले, गुर मेरे संग सदा है नाले, गुर मेरे सदा है जिन्ना अजे भी नहीं पढ़िया पढ़ो। गुर मेरे संग सदा है नाले, गुर मेरे संग सदा है नाले, सदा है नाले, गुर मेरे संग सदा है नाले। सिमर सिमर तिस सदा समाले, सिमर सिमर तिस सदा समाले, सदा समाले, सिमर सिमर तिस सदा समाले। साहिबजादियां दे नाल गुरु है उपदेश दे रूप विच। साहिबजादियां कोल दादी मां दियां दित्तियां साखियां, इतिहास, वाहिगुरू दा सिमरन, वाहिगुरू दी याद ते इस बाणी दा सिद्धांत है। बस जिस दिन असीं अपने बच्चों नूं आप कमा के देना शुरू कर दिता, उदन सिੱਖੀ चढ़दी कला विच है। इस करके पहली तो यह बेनती करदे आ, मैं कैनेडा दे विच सी ते उत्थे पेरेंट्स आए, वैल एजुकेटेड सी, मैनूं कहण लगे तुसीं कथा करनी है? मैं कहा हाँ जी। वो कहंदे तुसीं प्लीज़ विचे अरदास कर दिओ कि महाराज साडे बच्चों नूं गुरसिੱਖੀ जमन देवे, चढ़दी कला देवे, कामयाबी देवे। मैं कहा ठीक है, मैं लिख लिया। कथा दे विच मैं कहा जी, परिवार आया गुरु साहिब की हजूरी विच, वड्डे भागां वाला है, और ये परिवार बच्चों वास्ते गुरसिੱਖੀ जीवन मंगदा। संगत बड़ी वधिया गल है, बड़ी वधिया मंग है। परिवार अरदास करदा साडे बच्चे गुरु के प्यारे होण, पर मैं क्या, मैं पहलों बेनती करदा जिहड़े पेरेंट्स ने वो गुरु के प्यारे होण, वो गुरु के सिख होण। अपने प्रचारकों को आज़ाद रखो, सुनो सच।
ਤੁਸੀਂ ਜਿਹੜੀ ਚੀਜ਼ ਬੱਚਿਆਂ ਵਾਸਤੇ ਲੈਣੀ ਚਾਹੁੰਦੇ ਹੋ ਉਹ ਤੁਸੀਂ ਆਪਣੇ ਅੰਦਰ ਪੈਦਾ ਕਰੋ, ਬੱਚੇ ਤੁਹਾਡੇ ਵਾਰਿਸ ਬਣ ਜਾਣ, ਅੱਜ ਨਹੀਂ ਤੇ ਕੱਲ ਬਣ ਜਾਣਗੇ। ਜਿਹੜਾ ਕਿਸਾਨ ਹੈ ਨਾ, ਉਹ ਬੀਜ ਪਾਉਂਦਾ ਹੈ, ਉਹ ਇਹ ਨਹੀਂ ਸੋਚਦਾ ਵੀ ਫਸਲ ਹੋਣੀ ਨਹੀਂ ਹੋਣੀ। ਆਪਣੇ ਬੱਚਿਆਂ ਦੇ ਅੰਦਰ ਸਿੱਖ ਰਹਿਤ ਮਰਿਆਦਾ ਦਾ, ਆਪਣੇ ਬੱਚਿਆਂ ਦੇ ਅੰਦਰ ਨਿਤਨੇਮ ਦਾ, ਆਪਣੇ ਬੱਚਿਆਂ ਦੇ ਅੰਦਰ ਵਾਹਿਗੁਰੂ ਸਿਮਰਨ ਦਾ ਬੀਜ ਪਾ ਦਿਓ, ਅੱਜ ਨਹੀਂ ਤੇ ਕੱਲ ਉਹ ਸਾਹਿਬਜ਼ਾਦਿਆਂ ਵਾਂਗੂ ਦ੍ਰਿੜ ਬੱਚੇ ਬਣ ਜਾਣਗੇ। ਇਹ ਕਰਨਾ ਪੈਣਾ, ਕਿਸੇ ਨੇ ਨਹੀਂ ਕਰਨਾ, ਮੈਂ ਨਹੀਂ ਕਰਨਾ, ਗਿਆਨੀ ਜੀ ਨੇ ਨਹੀਂ ਕਰਨਾ, ਕਮੇਟੀ ਨੇ ਨਹੀਂ ਕਰਨਾ। ਕਿਉਂਕਿ ਜਦੋਂ ਤੁਹਾਡਾ ਬੱਚਾ ਮੈਥ 'ਚੋਂ ਵੀਕ ਹੁੰਦਾ ਨਾ, ਤੁਸੀਂ ਟਿਊਸ਼ਨ ਰਖਾ ਕੇ ਦਿੰਦੇ ਆ। ਜਦੋਂ ਸਾਇੰਸ ਵਿੱਚੋਂ ਵੀਕ ਹੁੰਦਾ, ਤੁਸੀਂ ਟਿਊਸ਼ਨ ਰਖਾ ਕੇ ਦਿੰਦੇ ਆ। ਤੇ ਜਦੋਂ ਸਿੱਖੀ ਵਿੱਚੋਂ ਵੀਕ ਹੈ, ਫੇਰ ਕੀ ਕਰੋ ਜੀ? ਫਿਰ ਗੁਰਦੁਆਰਾ ਸਾਹਿਬ ਆਓ, ਭਾਈ ਸਾਹਿਬ ਜੀ ਆ ਬੱਚਾ ਮੇਰਾ, ਇੱਕ ਤੇ ਦੀ ਅਰਦਾਸ ਕਰੋ, ਇੱਕ ਇਹਨੂੰ ਜਪਜੀ ਸਾਹਿਬ ਦਾ ਪਾਠ ਸਿਖਾ ਦਿਓ, ਉਚਾਰਨ ਕਰਿਓ ਸਤਨਾਮ। ਹਾਲੇ ਤਾਂ ਹਰ ਚੀਜ਼ ਦਾ ਹੈਗਾ ਨਾ ਸੰਗਤ। ਮੈਂ ਆਪਣੇ ਘਰ ਦੀ ਐਗਜ਼ਾਮਪਲ ਦੇਣਾ, ਬੱਚੇ ਬੜੇ ਛੋਟੇ ਸੀ, ਮੈਂ ਜ਼ਿਆਦਾ ਵਿਦੇਸ਼ਾਂ 'ਚ ਹੀ ਰਿਹਾ। ਮੇਰੇ ਮਹਾਰਾਜ ਨੇ ਕੋਈ ਮੇਰਾ ਅੰਨ ਪਾਣੀ ਇਸ ਤਰ੍ਹਾਂ ਖਿਲਾਰਿਆ, ਹੁਣ ਇੱਥੇ ਸ਼ਾਮ ਨੂੰ 100 ਥਾਲ, ਕੱਲ ਨੂੰ ਕਿਤੇ, ਪਰਸੋਂ ਨੂੰ ਕਿਤੇ, ਮਹਾਰਾਜ ਨੇ ਸੇਵਾ ਹੀ ਦਿੱਤੀ ਹੈ। ਸਿੰਘੜੀ ਨੇ ਸ਼ਾਮ ਨੂੰ ਰਹਿਰਾ ਸਾਹਿਬ ਦਾ ਪਾਠ ਤੇ ਸੋਹਿਲੇ ਦਾ ਪਾਠ ਕਰਨਾ, ਬੱਚਿਆਂ ਨੂੰ ਸਿਖਾਉਣਾ ਨਹੀਂ ਪਿਆ, ਉਹਨਾਂ ਨੂੰ ਜ਼ਬਾਨੀ ਯਾਦ ਹੋ ਗਿਆ। ਉਚਾਰਨ ਕਰਿਓ ਸਤਨਾਮ। ਮੈਂ ਕਹਿੰਦਾ, ਮੈਂ ਨਹੀਂ ਕਹਿੰਦਾ ਤੁਹਾਡੇ ਬੱਚਿਆਂ ਨੂੰ ਮੈਂ ਸਿੱਖ ਬਣਾਵਾਂ, ਮੈਂ ਕਹਿੰਦਾ ਤੁਸੀਂ ਗੁਰੂ ਕੇ ਸਿੱਖ ਬਣ ਜਾਓ। ਆਰੰਭਤਾ ਹੈ ਗੁਰੂ ਜੀ ਨੂੰ ਸੁਣਨ ਤੋਂ। ਸੁਣਨ ਵਾਸਤੇ ਜਿਹੜੀ ਸਭ ਤੋਂ ਜ਼ਰੂਰੀ ਚੀਜ਼ ਹੈ ਨਾ, ਉਹ ਮਨ ਦਾ ਸ਼ਾਂਤ ਹੋਣਾ ਹੈ। ਨਹੀਂ ਤੇ ਇੰਨੇ ਸਾਲਾਂ ਤੋਂ ਸੁਣ ਰਹੇ ਆ, ਮਹਾਰਾਜ ਜੀ ਕਹਿਣ ਲੱਗੇ ਜੇ ਤੂੰ ਸਮੇਂ ਨੂੰ ਬਦਲ ਤੁਰਿਆ ਨਾ ਤੇ 12 ਵਜੇ ਬਦਲ ਜਾਣਾ ਹੈ, but nothing will change in your life. The important thing is your life should be changed. You have to be changed yourself, no one can change you. ਤੇਰੇ ਪਤੀ ਨੇ ਪਤਨੀ ਨੇ ਜ਼ੋਰ ਲਾ ਲਿਆ, ਤੂੰ ਨਹੀਂ ਬਦਲਿਆ। ਤੇਰੇ ਬੱਚਿਆਂ ਨੇ ਜ਼ੋਰ ਲਾ ਲਿਆ, ਤੂੰ ਨਹੀਂ ਬਦਲਿਆ। ਤੂੰ ਬੱਚਿਆਂ ਤੇ ਜ਼ੋਰ ਲਾ ਲਿਆ, ਉਹ ਨਹੀਂ ਬਦਲਿਆ। ਜਿੰਨਾ ਚਿਰ ਮੈਂ ਆਪਣੇ ਆਪ ਨੂੰ ਬਦਲਣ ਦੀ ਕੋਸ਼ਿਸ਼ ਨਹੀਂ ਕਰਾਂਗਾ, ਕੁਛ ਨਹੀਂ ਬਦਲ ਸਕਦਾ। ਉਚਾਰਨ ਕਰਿਓ ਸਤਨਾਮ। ਗੁਰੂ ਸਾਹਿਬ ਮਹਾਰਾਜ ਸਾਨੂੰ ਇਸ ਤਰ੍ਹਾਂ ਬਦਲਣਾ ਚਾਹੁੰਦੇ ਨੇ। ਮਹਾਰਾਜ ਜੀ ਕਹਿੰਦੇ ਆਹ ਥੋੜੇ ਜਿਹੇ ਕੰਮ ਕਰ ਲੈ। ਇੱਕ ਆਸਾ ਕੀ ਵਾਰ ਦੀ ਪੌੜੀ ਮੈਂ ਤੁਹਾਡੇ ਨਾਲ ਸਾਂਝੀ ਕਰਦਾ। ਸੇਵ ਕੀਤੀ ਸੰਤੋਖ ਹੋਈ, ਜਿਨੇ ਸੱਚੋ ਸੱਚ ਤੇ ਆਇਆ। ਮੈਂ ਓਨੈਸਟਲੀ ਤੁਹਾਨੂੰ ਇਹ ਗੱਲ ਕਹਾਂ ਨਾ, ਇਹ ਕਥਾ ਮੈਂ ਤੁਹਾਡੇ ਲਈ ਨਹੀਂ, ਆਪਣੇ ਆਪ ਲਈ ਕਰ ਰਿਹਾ। ਮੈਨੂੰ ਤੇ ਮਹਾਰਾਜ ਨੇ ਸੇਵਾ ਦਿੱਤੀ ਹੈ, ਸੁਣ ਤੁਸੀਂ ਰਹੇ ਹੋ, ਸੁਣਾ ਮੈਂ ਆਪਣੇ ਆਪ ਨੂੰ ਵੀ ਰਿਹਾ। ਕਿਉਂਕਿ ਜਿਸ ਦਾ ਜੀਵਨ ਬਦਲੇਗਾ ਸੁਖੀ ਉਹ ਹੋਵੇਗਾ। ਮਹਾਰਾਜ ਕਹਿੰਦੇ ਸਭ ਤੋਂ ਪਹਿਲਾਂ ਸੇਵ ਕਰ, ਸਿਮਰਨ ਕਰ ਵਾਹਿਗੁਰੂ ਜੀ ਦਾ। ਤੁਸੀਂ ਚੇਂਜ ਦੇਖ ਲਓ। ਜਿਨੇ ਤੁਸੀਂ ਭੈਣ ਭਰਾ ਬੱਚੇ ਦੇਖ ਬੈਠੇ ਹੋਏ ਹੋ, ਸ਼ੁਰੂਆਤ ਕਰ ਲਓ ਸਵੇਰੇ 10 ਮਿੰਟ ਬੈਠ ਕੇ ਸਿਮਰਨ ਕਰਨ ਤੋਂ। 10 ਮਿੰਟ। ਭਾਈ ਸਾਹਿਬ ਵੀਰ ਸਿੰਘ ਜੀ ਦੇ ਕੋਲ ਇੱਕ ਨੌਜਵਾਨ ਆਣ ਕੇ ਕਹਿਣ ਲੱਗਾ ਵੀ ਤੁਸੀਂ ਕਹਿੰਦੇ ਹੋ ਸਿਮਰਨ ਕਰੋ, ਨਿਤਨੇਮ ਕਰੋ, ਪਰ ਅਸੀਂ ਤਾਂ ਬਹੁਤ ਬਿਜ਼ੀ ਹਾਂ, ਸਾਡੇ ਕੋਲ ਤਾਂ ਟਾਈਮ ਹੀ ਨਹੀਂ। ਭਾਈ ਸਾਹਿਬ ਜੀ ਬੜੇ ਪਿਆਰ ਨਾਲ ਬੋਲਦੇ ਸਨ। ਭਾਈ ਵੀਰ ਸਿੰਘ ਜੀ ਕਹਿਣ ਲੱਗੇ ਕੋਈ ਗੱਲ ਨਹੀਂ ਪੁੱਤਰ, ਜਦੋਂ ਸਵੇਰੇ ਇਸ਼ਨਾਨ ਕਰਦਾ ਹੁੰਨਾ ਉਦੋਂ ਕੀ ਕਰਦਾ ਹੁੰਨਾ ਹੈ? ਕਹਿੰਦਾ ਜੀ ਇਮਾਨਦਾਰੀ ਨਾਲ ਦੱਸਾਂ ਤੇ ਮੈਂ ਗਾਣੇ ਬੋਲਦਾ ਹੁੰਨਾ, ਕੋਈ ਨਾ ਕੋਈ ਬਾਥਰੂਮ ਸਿੰਗਰ ਤਾਂ ਅਸੀਂ ਸਾਰੇ ਹੀ ਆ। ਭਾਈ ਸਾਹਿਬ ਜੀ ਕਹਿਣ ਲੱਗੇ ਪੁੱਤਰ ਉਦੋਂ ਵਾਹਿਗੁਰੂ ਵਾਹਿਗੁਰੂ ਕਰ ਲਿਆ ਕਰ ਇਸ਼ਨਾਨ ਕਰਦਿਆਂ। ਫਿਰ ਪੁੱਤਰ ਜਦੋਂ ਤੂੰ ਜੌਬ ਤੇ ਜਾਣਾ ਉਦੋਂ ਕੀ ਕਰਦਾ ਹੁੰਨਾ ਹੈ? ਬਸ। ਕਹਿ ਲਗੇ ਪੁੱਤਰ ਉਦੋਂ ਜਪਜੀ ਸਾਹਿਬ ਦਾ ਪਾਠ ਸੁਣ ਲਿਆ ਕਰ। ਅਸੀਂ ਸਾਰੇ ਬੱਚਿਆਂ ਨੂੰ ਸਕੂਲ ਛੱਡਣ ਜਾਂਦੇ ਹਾਂ, ਬਹੁਤੇ ਤੁਸੀਂ ਪੈਰੈਂਟਸ ਬੈਠੇ, ਜਪਜੀ ਸਾਹਿਬ ਦਾ ਪਾਠ ਲਾ ਲਓ, ਬੱਚੇ ਵੀ ਸੁਣੋ, ਤੁਸੀਂ ਵੀ ਸੁਣੋ। ਸਵੇਰੇ ਭਾਵੇਂ ਤੁਸੀਂ ਫਿਰ ਸੌਂ ਜਾਓ, ਦਰਬਾਰ ਸਾਹਿਬ ਦਾ ਕੀਰਤਨ ਉੱਠ ਕੇ ਲਾ ਲਓ, 4 ਵਜੇ ਲਾ ਲਓ, 4:30 ਲਾ ਲਓ, 5 ਵਜੇ ਲਾ ਲਓ। ਮੈਂ ਤੁਹਾਡਾ ਟਾਈਮ ਜਿਹੜਾ ਨਾ ਉਹ ਯੂਟੀਲਾਈਜ਼ ਕਰ ਰਿਹਾ ਤਾਂ ਕਿ ਉਹਦੇ ਰਿਜ਼ਲਟਸ ਤੁਹਾਨੂੰ ਮਿਲਣ। ਬੈਠ ਕੇ ਤੁਹਾਡੇ ਘਰ ਵਿੱਚ 3 ਕਿਤਾਬਾਂ ਦਾ ਹੋਣਾ ਜ਼ਰੂਰੀ ਸੰਗਤ। ਇੱਕ ਤਾਂ ਨਿਤਨੇਮ ਸਟੀਕ, ਜਿਹੜਾ ਤੁਸੀਂ ਰੋਜ਼ ਪਾਠ ਕਰਦੇ ਆ ਉਹਦੇ ਸਾਨੂੰ ਅਰਥ ਆਉਂਦੇ ਹੋਣ। ਓਨੈਸਟਲੀ ਮੈਂ ਕਹਿੰਦਾ ਮੈਨੂੰ ਅਜੇ ਪੂਰੀ ਤਰ੍ਹਾਂ ਅਰਥ ਨਹੀਂ ਆਉਂਦੇ, ਇੰਨੀ ਵਾਰੀ ਕਥਾ ਕਰ ਲਈ, ਇੰਨੀ ਵਾਰੀ ਪੜ੍ਹ ਲਏ। ਤੇ ਜਦੋਂ ਤੁਹਾਨੂੰ ਅਰਥ ਆਉਂਦੇ ਹੋਣਗੇ ਨਾ, ਫਿਰ ਗੁਰਬਾਣੀ ਪੜ੍ਹਨ ਦਾ ਆਨੰਦ ਹੋਰ ਵੱਧ ਜਾਂਦਾ ਹੈ, ਫਲ ਹੋਰ ਵੱਧ ਜਾਂਦਾ ਹੈ, ਬਖਸ਼ਿਸ਼ਾਂ ਗੁਰੂ ਦੀਆਂ ਹੋਰ ਵੱਧ ਜਾਂਦੀਆਂ। ਸੇਵ ਕੀਤੀ ਸੰਤੋਖ ਹੋਈ, ਸਿਮਰਨ ਕੀਤਾ ਸੰਤੋਖ ਵਿੱਚ ਰਹਿ ਕੇ।
ਇਹ ਨਹੀਂ ਵੀ ਅੱਜ ਜਪਜੀ ਸਾਹਿਬ ਦਾ ਪਾਠ ਸ਼ੁਰੂ ਕੀਤਾ ਤੇ ਮਹਾਰਾਜ ਜਿਹੜਾ 4 ਬੈਡਰੂਮ ਦਾ ਘਰ ਹੈ ਨਾ ਉਹ 8 ਬੈਡਰੂਮ ਦਾ ਹੋ ਜੇ, ਜੇ 4 ਕਿੱਲੇ ਨੇ ਮਹਾਰਾਜ 8 ਕਿੱਲੇ ਹੋ ਜਾਣ, ਜੇ 2 ਪ੍ਰਾਪਰਟੀਆਂ ਨੇ ਮਹਾਰਾਜ 8 ਹੋ ਜਾਣ। ਮਹਾਰਾਜ ਜੀ ਕਹਿਣ ਲੱਗੇ ਨਹੀਂ, ਵਾਹਿਗੁਰੂ ਨਾਲ ਇਹ ਰਿਸ਼ਤਾ ਨਾ ਰੱਖੀ। ਇਹ ਤੇ ਉਹਨਾਂ ਨੂੰ ਵੀ ਮਿਲ ਜਾਂਦੀਆਂ ਦਾਤਾਂ ਜਿਹੜੇ ਨਹੀਂ ਸਿਮਰਨ ਕਰਦੇ। ਕਾਮਰੇਡ ਬਹੁਤ ਅਮੀਰ ਨੇ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਆਸਾ ਕੀ ਵਾਰ ਦੀ ਪੌੜੀ ਮੈਂ ਸਾਂਝੀ ਕਰ ਰਿਹਾ। ਮਹਾਰਾਜ ਜੀ ਕਹਿਣ ਲੱਗੇ ਸੇਵ ਕੀਤੀ ਸੰਤੋਖਈ ਜਿਨੀ ਸੱਚੋ ਸੱਚ ਤੇ ਆਇਆ। ਸੱਚ ਦਾ ਉਸ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ। ਇਸ ਤਰ੍ਹਾਂ ਨਹੀਂ ਮੈਂ ਉੱਚੀ ਬੋਲੇ, ਤੁਸੀਂ ਕਿਉਂ ਨਹੀਂ ਬੋਲਦੇ ਜੀ? ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ। ਤੁਸੀਂ ਕਰਮਸ਼ੀਲ ਬਣੋ। ਮੈਨੂੰ ਖਿਮਾ ਕਰੋ, ਦੂਸਰਿਆਂ ਤੇ ਧਰਮ ਨਾ ਛੱਡੋ ਵੀ ਦੂਸਰੇ ਤੁਹਾਡੇ ਲਈ ਪਾਠ ਕਰਨ, ਦੂਜੇ ਤੁਹਾਡੇ ਲਈ ਸਿਮਰਨ ਕਰਨ, ਦੂਜੇ ਤੁਹਾਡੇ ਲਈ ਖੰਡ ਪਾਠ ਕਰਨ। ਤੁਸੀਂ ਕਿਉਂ ਨਹੀਂ ਕਰ ਸਕਦੇ? ਕਦੀ ਸਾਡੇ ਵਿੱਚੋਂ ਜਿਹਨੇ ਬੈਠੇ ਹੋਇਆ ਖਿਮਾ ਕਰਿਓ, ਕਦੀ ਆਣ ਕੇ ਗਿਆਨੀ ਜੀ ਨੂੰ ਕਿਹਾ ਗਿਆਨੀ ਜੀ ਆ ਟਿਕਟ ਲਾਓ ਤੇ ਸਾਡੇ ਵੰਡੇ ਦੀ ਮੂਵੀ ਦੇਖ ਆਓ ਅੱਜ? ਕਦੀ ਅੱਜ ਤੱਕ ਕਿਹਾ ਹੋਵੇ? ਗਿਆਨੀ ਜੀ ਰੈਸਟੋਰੈਂਟ ਨਵਾਂ ਖੁੱਲਿਆ ਸਲਾਓ ਦੇ ਵਿੱਚ, ਕੁਲਚਾ ਐਕਸਪ੍ਰੈਸ, ਕੁਲਚਾ ਜੰਕਸ਼ਨ, ਉੱਥੇ ਆਹ ਰੈਸਟੋਰੈਂਟ ਖੁੱਲਿਆ, ਜਾਓ ਤੁਸੀਂ ਖਾਣਾ ਖਾਓ ਤੇ ਸਾਡਾ ਰੱਜ ਹੋ ਜਾਏ। ਕਦੀ ਕਿਹਾ ਅੱਜ ਤੱਕ? ਉੱਥੇ ਤਾਂ ਭੱਜੇ ਜਾਂਦੇ ਸਾਰੇ ਅਸੀਂ ਵੀ, ਚਲੋ ਜੀ ਇੰਜੋਏ ਕਰੀਏ। ਜੇ ਤੁਸੀਂ ਕਿਸੇ ਟ੍ਰਿਪ ਤੇ ਜਾਣਾ, ਅੱਜ ਤੱਕ ਕਦੀ ਗਿਆਨੀ ਜੀ ਨੂੰ ਕਿਹਾ ਗਿਆਨੀ ਜੀ ਆਹ ਹੋਲੀਡੇ ਪੈਕੇਜ ਲੈ ਲਓ ਸਾਡੇ ਵੰਡੇ ਤੇ ਤੁਸੀਂ ਹੋ ਆਓ, ਆਈਲ ਆਫ ਵਾਈਟ ਹੋ ਆਓ, ਫਰਾਂਸ ਹੋ ਆਓ? ਨਹੀਂ ਕਿਹਾ ਨਾ। ਕਿਉਂ? ਕਿਉਂਕਿ ਉਹਨੂੰ ਆਪ ਅਸੀਂ ਮੰਨਣਾ ਚਾਹੁੰਦੇ ਹਾਂ। ਇਸੇ ਤਰ੍ਹਾਂ ਜਿਹੜਾ ਸਪਿਰਿਚੁਅਲਿਟੀ ਹੈ, ਜਿਹੜਾ ਧਰਮ ਹੈ, ਜਿਹੜਾ ਸਿਮਰਨ ਹੈ, ਸਾਨੂੰ ਆਪ ਹੀ ਕਰਨਾ ਪੈਣਾ, ਕਿਸੇ ਹੋਰ ਨੇ ਨਹੀਂ ਕਰਨਾ। ਗਾਈਡ ਕਰ ਸਕਦੇ ਬਾਕੀ ਤੁਹਾਨੂੰ। ਮਹਾਰਾਜ ਜੀ ਕਹਿਣ ਲੱਗੇ ਸੇਵ ਕੀਤੀ ਸੰਤੋਖਈ ਜਿਨੀ ਸੱਚੋ ਸੱਚ ਤੇ ਆਇਆ। ਜਿਹੜੀ ਜਪ ਪਹਿਲੀ ਬਾਣੀ ਹੈ ਨਾ, ਉਹਦੇ ਚ ਗੁਰੂ ਸਾਹਿਬ ਕਹਿੰਦੇ ਜਪ ਬਾਣੀ ਦਾ ਨਾਮ ਹੈ, ਅਸੀਂ ਸਤਿਕਾਰ ਨਾਲ ਜਪ ਜੀ ਸਾਹਿਬ ਕਹਿੰਦੇ ਆ। ਕੀ ਜਪ? ਕੀ ਚੇਤੇ ਕਰ? ਕਿਉਂਕਿ ਮਨ ਤਾਂ ਹਰ ਵੇਲੇ ਕੁਛ ਨਾ ਕੁਛ ਜਪਦਾ ਰਹਿੰਦਾ ਹੈ। ਆਵਰ ਮਾਈਂਡ ਇਜ਼ ਵਰਕਿੰਗ 24/7 ਐਂਡ ਵੀ ਆਰ ਸਫਰਿੰਗ ਵਿਦ ਦ ਓਵਰਥਿੰਕਿੰਗ ਡਿਜ਼ੀਜ਼। ਹੁਣ ਤੁਸੀਂ ਬੜੇ ਵੀਡੀਓ ਬੜਾ ਕੁਝ ਆ ਰਿਹਾ, ਡਾਕਟਰ ਕਹਿ ਰਿਹਾ ਓਵਰਥਿੰਕਿੰਗ। ਮੈਂ ਥੋੜੇ ਦਿਨ ਦੇਖਿਆ ਇਸ ਨੂੰ ਐਕਸਪੀਰੀਅੰਸ ਕਰਕੇ। ਇੱਕ ਗੱਲ ਮੁੱਕਦੀ ਨਹੀਂ, ਦਿਮਾਗ ਦੂਸਰੀ ਸੋਚਣ ਲੱਗ ਪੈਂਦਾ, ਦੂਸਰੀ ਨਹੀਂ ਮੁੱਕਦੀ, ਤੀਸਰੀ ਚੌਥੀ ਪੰਜਵੀਂ। 1 ਮਿੰਟ ਦੇ ਵਿੱਚ ਗੁਰੂ ਸਾਹਿਬ ਦੀ ਬਾਣੀ ਕਹਿੰਦੀ ਨਿਮਖ ਮਾਹੇ 4 ਕੁੰਟ ਫਿਰ ਆਵੈ, ਤ੍ਰਿਪਤ ਨਾ ਆਵੈ, ਮਾਇਆ ਪਾਛੇ ਪਾਵੈ। ਭੱਜਾ ਹੀ ਫਿਰਦਾ ਮਨ। ਇਹ ਦੁੱਖ ਹੈ। ਫਿਰ ਉਹ ਮਨ ਐਕਸਕਿਊਜ਼ ਲੱਭਦਾ, ਮੈਂ ਆਪਣੇ ਕਰਕੇ ਨਹੀਂ, ਮੈਂ ਇਹਦੇ ਕਰਕੇ ਦੁਖੀ ਹਾਂ, ਮੈਂ ਭਰਾ ਕਰਕੇ ਦੁਖੀ ਹਾਂ, ਮੈਂ ਭੈਣ ਕਰਕੇ ਦੁਖੀ ਹਾਂ, ਮੈਂ ਰਿਸ਼ਤੇਦਾਰਾਂ ਕਰਕੇ ਦੁਖੀ ਹਾਂ। ਉਹ ਫਿਰ ਜਿਹੜਾ ਦੁੱਖ ਹੈ ਨਾ, ਉਹ ਦੂਜਿਆਂ ਤੇ ਸੁੱਟ ਕੇ ਅਸੀਂ ਸੁਰਖਰੂ ਹੋ ਗਏ। ਮਹਾਰਾਜ ਦੀ ਬਾਣੀ ਨੇ ਫਿਰ ਕਿਆ ਕਹਿਣ ਲੱਗੇ, ਖਿਆਲ ਕਰ ਦੱਦਾ ਦੋਸ਼ ਨਾ ਦਿਓ ਕਿਸੈ, ਦੋਸ਼ ਕਰਮਾ ਆਪਣੇ ਆ। ਗੁਰੂ ਅਰਜਨ ਦੇਵ ਜੀ ਦਾ ਭਰਾ ਉਹਨਾਂ ਦਾ ਦੁਸ਼ਮਣ ਹੈ। ਭਰਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਮਾਰਨ ਦੀ ਕੋਸ਼ਿਸ਼ ਕਰਦਾ ਹੈ, ਗੁਰੂ ਬਣ ਬੈਂਦਾ, ਮਸੰਦਾਂ ਨੂੰ ਰਲਾ ਲੈਂਦਾ, ਕਈ ਕੁਝ ਕਰਦਾ ਹੈ। ਤੁਸੀਂ ਗੁਰੂ ਅਰਜਨ ਦੇਵ ਮਹਾਰਾਜ ਦੀ ਇੱਕ ਵੀ ਕੰਪਲੇਂਟ ਨਹੀਂ ਸੁਣੋਗੇ। ਉਚਾਰਨ ਕਰਿਓ ਸਤਨਾਮ। ਮਹਾਰਾਜ ਜੀ ਕਹਿਣ ਲੱਗੇ ਜਪਣਾ ਹੈ ਤਾਂ ਉਸ ਸਦੀਵੀ ਵਾਹਿਗੁਰੂ ਨੂੰ ਜਪ। ਆਪਣੀ ਸੁਰਤ ਵਿੱਚ ਜਪ, ਵਾਹਿਗੁਰੂ 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 ਵਾਹਿਗੁਰੂ। ਜ਼ੁਬਾਨ ਤੋਂ ਸ਼ੁਰੂ ਕਰੋ, ਰਸਨਾ ਤੋਂ। ਸਵੇਰੇ ਉੱਠਦੇ, ਇਸ਼ਨਾਨ ਕਰਦੇ, ਤਿਆਰ ਹੁੰਦੇ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਮਨ ਨਹੀਂ ਲੱਗਦਾ, ਕਰੀ ਜਾਓ। ਇਹਨੇ ਲੱਗਣਾ ਵੀ ਨਹੀਂ। ਇਹਨੇ ਬੜੀ ਕਿਤੇ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਹੋਵੇ ਫੇਰ ਲੱਗਦਾ। ਮਹਾਰਾਜ ਜੀ ਨੇ ਸੁਤੜੇ ਅਸੰਖ ਮਾਇਆ ਝੂਠੀ ਕਾਰਨੇ, ਨਾਨਕ ਸੇ ਜਾਗਨ ਜੇ ਰਸਨਾ ਨਾਮ ਉਚਾਰਨੇ। ਸ਼ੁਰੂਆਤ ਇੱਥੋਂ ਹੋਵੇਗੀ। ਵਾਹਿਗੁਰੂ ਦਾ ਧਿਆਨ ਧਰਨਾ, ਸੇਵ ਕੀਤੀ ਸੰਤੋਖਈ। ਸੇਵਾ ਦਾ ਭਾਵ ਇੱਕ ਚਿੰਤਨ ਵੀ ਹੈ, ਇੱਕ ਹੁਕਮ ਮੰਨਣਾ ਵੀ ਹੈ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਜਿਨ੍ਹਾਂ ਨੇ ਵਾਹਿਗੁਰੂ ਜੀ ਸੰਤੋਖ ਵਿੱਚ ਰਹਿ ਕੇ, ਕਈ ਵਾਰੀ ਅਸੀਂ ਸੋਚਦੇ ਹਾਂ ਇੰਨੇ ਪੈਸੇ ਹੋ ਜਾਣਗੇ ਨਾ ਫਿਰ ਨਿਤਨੇਮ ਸ਼ੁਰੂ ਕਰਾਂਗੇ, ਬੱਚੇ ਵਿਆਹ ਕੇ ਨਿਤਨੇਮ ਸ਼ੁਰੂ ਕਰਾਂਗੇ, ਆਹ ਕਰਕੇ। ਮਹਾਰਾਜ ਜੀ ਕਹਿਣ ਲੱਗੇ ਨਹੀਂ, ਤੇਰਾ ਤੇ ਭਰੋਸਾ ਇੱਕ ਸਾਹ ਦਾ ਨਹੀਂ, ਤੂੰ ਕਿੱਥੋਂ ਦਾ। ਮੇਰੇ ਇੱਕ ਸੱਜਣ ਪਿਛਲੇ ਦਿਨੀ ਰਾਤ ਸੁੱਤੇ, ਸਵੇਰੇ ਉੱਠੇ ਹੀ ਨਹੀਂ। ਤੁਹਾਡੇ ਵੀ ਇਹੋ ਜਿਹੇ ਐਕਸਪੀਰੀਅੰਸ ਹੋਣਗੇ। ਲਾਈਫ ਦਾ ਤੇ ਇੱਕ ਪਲ ਦਾ ਨਹੀਂ ਭਰੋਸਾ।
महाराज जी कहने लगे अब ना भजस भजस कब भाई आवे अंत ना भजया जाए। हुण कर, अज ही शुरू कर। तुसी अज ये बदलाव लियाओ जिंदगी विच। अद्धा घंटा पहले उठ जाओ। जे तुसी सवेरे 9 बजे भी उठते हैं 8:30 उठ पवो, 6 बजे उठते हैं 5:30, अद्धा घंटा सिर्फ शुरुआत, अद्धा घंटा ये गुरु नूं दे दिओ। उदों करो गुरु गुरु, उदों बैठो, कुछ ना मंगो वाहिगुरू कोलों, अपने अंदर बैठिया वाहिगुरू नाल जुड़न की कोशिश करो। स्ट्रगलफुल है पहलियां अवस्थावां दे विच, हौली हौली किसी का 6 महीने पिछों, किसी का साल पिछों मन शांत होना शुरू हो जाएगा। उन्हें मंदे पैर न रखे उन कर सोकृत धर्म कमाया। दूजी तुक महाराज जी कह लगे मंदे पासे जाणों रोक लै। दो चीज़ां, एक तां जिहड़ा कन्नां नूं नैगेटिविटी ना आउण दिओ। किसी दे बारे च कोई माड़ा बोलदा ना, मैं इस चीज़ नूं एक्सपीरियंस किया। 2-3 साल पहले एक सज्जन का फोन आया, किसी सज्जन बारे जो कुछ उहदे मन च सी अद्धा घंटा बोलदा रहा। अद्धा घंटा बोल के कहता असीं तां किसी दा बुरा करदे ही नहीं, असीं तां सारिआं दा भला ही करदे आ, असीं तां सरबत दा भला ही मंगदे आ। हुण मैनूं महसूस होया उस टॉक तो बाद, अद्धे घंटे की फोन कॉल तो बाद, कि उन्हें मैनूं एक बिन समझ के सारा ही गंद मेरे कन्नां विच सुट दिता है। उच्चारण करियो सतनाम। तुसीं भी महसूस करोगे। कई लोगों की आदत है विदाउट एनी रीजन वो निंदिया करते हैं, बैकबाइट करते हैं, ते साडे कन्नां नूं चंगा लगदा, असीं सुणदे आ। महाराज जी कह लगे कर्ण न सुणै काहू की निंदा। उस तो पहली तुक जो असीं कहने ना उन्हें मंदे पैर न रखे, गुरबाणी एक्सप्लेन करती मंदा है कि, तो गुरु साहब कह लगे मिथ्या ना ही रसना परस, जुबान ते तेरे झूठ ना आवे। वड्डे झूठ नहीं छड़ सकते, छोटे छोटे छड़ दिओ। बड़ा आनंद है, ये कर सकते हैं असीं। छोटे झूठ छड़ सकते हैं, छड़ दिए। मिथ्या ना ही रसना परस, मन में प्रीत निरंजन दर्श। वाहिगुरू दे दर्शनां दी तांग पैदा कर। कर्ण ना सुणै काहू की निंदा। जिहड़ा निंदिया कर लगे भाजी मैं उस तो ज्यादा माड़ा, मेरे नाल उहदी गल ना करो, तुहाडा जीवन बदलना शुरू हो जाएगा। नवें साल की उड़ीक नहीं करनी पैनी, कल तो ही सब कुछ चेंज हो जाना। कर्ण ना सुणै काहू की निंदा, सब ते जाने आपस को मंदा। जिहड़ा तुहाडे कोल आण के कहे फलाना बंदा माड़ा, भाजी नहीं मैं माड़ा, उहदी गल ना करो, असीं अपनी गल करिए, गुरु की गल करिए, कोई सिमरन करिए। वो बंदे ने फिर तुहाडे लागे नहीं बैठना, क्योंकि निंदा करन दा भी रस है, निंदा सुनन दा भी रस है। ऐ उन्हीं मंदे पैर न रखन। कर्ण ना सुणे काहू की निंदा, सब ते जाने आपस को मंदा। गुर प्रसाद विख्या पर हरै, मन की बासना मन ते टरै। गुरु की कृपा दे नाल विख्या जिहड़ा साडे अंदर जहर भरिया सी, वो सिमरन दे नाल खत्म होना शुरू हो जाता। फिर असीं विख दे वपारी नहीं रहिंदे, फिर असीं अमृत दे वपारी बन जाने। उच्चारण करियो सतनाम। पर तेरा रूप ना पेखै नेत्र, साध की टहल संत संग हेत। एक जे तुसीं एक हिम्मत भरिया काम करना ना, जे अपने जीवन नूं सुखी करना, अपने पासवर्ड अपने लाइफ पार्टनर नाल मोबाइल दे शेयर करो, ईमानदार हो जाए एक दूजे प्रति, घर सुखी हो जाएगा। मैं इनू ज्यादा एक्सप्लेन नहीं करना, मेरा टाइम हो रहा है। महाराज जी कहने कि मंदे पैर न रखे उन कर सोकृत धर्म कमाया। सच्ची किरत की, ईमानदारी नाल काम किया। 2 नंबर का पैसा घर नहीं लिया, 2 नंबर का कोई गलत काम नहीं किया, करप्शन नहीं की, धोखा नहीं किया, ठगी नहीं की, ड्रगिंग नहीं की, कोई माड़ा काम नहीं किया, ईमानदारी का पैसा लिया। 2 तुका सी बोलियां मेरे नाल बोलो। सेव की संतोख हई, जिन्हें सचो सच ध्याया। उन्हें मंदे पैर न रखे उन कर सोकृत धर्म कमाया। अगों महाराज जी कहते हैं उन्हें दुनिया तोड़े बंधना, अन्न पानी थोड़ा खाया। उन्हें दुनिया के बंधन तोड़ देते, फॉर्मैलिटीज च नहीं पाए, फॉर्मैलिटी च नहीं पाए। साढ़े रिश्तेदार ने शराब पियाई, असी भी पियानी है। साढ़े रिश्तेदार ने दाज दिता, असी भी देना। वो वेखो जी, वो सिख हो के शराब पींदा, मैं पी ली तो फिर की हो गया। महाराज जी कह लगे नहीं, तू लोकां नूं नहीं जवाब दे, तू गुरु नूं जवाब दे। एक चीज़ साडे नाल जानी है, साडे मरण तो बाद जिहड़ी चीज़ जानी है उहदे प्रति असीं अवेयर नहीं है। वो महाराज जी कह लगे करमी आपो आपनी के नेड़े के दूर।
ਸਾਡੇ ਕਰਮ ਸਾਡੇ ਨਾਲ ਜਾਣੇ ਨੇ। ਇਸ ਕਰਕੇ ਸਾਡੇ ਗਵਾਂਢੀ ਨੇ ਨਹੀਂ ਕੀਤਾ, ਕੀ ਕੀਤਾ, ਮਾਸੀ ਨੇ ਕੀ ਕੀਤਾ, ਚਾਚੇ ਨੇ ਕੀ ਕੀਤਾ, ਮੇਰੇ ਹਸਬੈਂਡ ਨੇ ਕੀ ਕੀਤਾ, ਵਾਈਫ ਨੇ ਕੀ ਕੀਤਾ, ਇਹਨੂੰ ਇੰਨੀ ਇੰਪੋਰਟੈਂਸ ਸਿੱਖੀ ਨਹੀਂ ਦਿੰਦੀ। ਸਿੱਖੀ ਕਹਿੰਦੀ ਆਪੇ ਬੀਜ ਆਪੇ ਹੀ ਖਾਹੋ, ਨਾਨਕ ਹੁਕਮੀ ਆਵੋ ਜਾ। ਨਾਮ ਬੀਜ ਸੰਤੋਖ ਸੁਹਾਗਾ, ਰਖ ਗਰੀਬੀ ਵੇਸ। ਉਹਨੇ ਦੁਨੀਆ ਉਹਨੇ ਮੰਦੇ ਪੈਰਨ ਰੱਖਿਉਨ, ਕਰ ਸੋਕ੍ਰਿਤ ਧਰਮ ਕਮਾਇਆ। ਉਹਨੇ ਦੁਨੀਆ ਤੋੜੇ ਬੰਧਨਾ, ਅੰਨ ਪਾਣੀ ਥੋੜਾ ਖਾਇਆ। ਨਵੇਂ ਸਾਲ ਤੋਂ ਜੇ ਕਰ ਸਕਦੇ ਹੋ ਇੱਕ ਚੀਜ਼ ਕੋਸ਼ਿਸ਼ ਕਰ ਦਿਓ। ਮੈਂ ਪਿਛਲੇ 4 ਮਹੀਨੇ ਤੋਂ ਕੀਤੀ ਹੈ ਜੀ। ਮੈਨੂੰ ਫਾਸਟ ਫੂਡ ਖਾਣ ਦਾ ਬਹੁਤ ਸ਼ੌਂਕ ਸੀ, ਬਹੁਤ ਡਰਾਈਵਿੰਗ ਕਰਨੀ, ਜਿੱਥੇ ਵੀ ਮੈਕਡੋਨਲਡ ਲੱਭਿਆ, ਜਿੱਥੇ ਕੁਝ ਲੱਭਿਆ। ਮਹਾਰਾਜ ਨੇ ਐਸੀ ਕਿਰਪਾ ਕੀਤੀ, ਉਹ ਛੁੱਟ ਗਿਆ। ਤੇ ਉਹਦੇ ਛੁੱਟਣ ਦੇ ਨਾਲ ਜਿੱਥੇ ਮੇਰਾ ਤਨ ਤੰਦਰੁਸਤ ਹੋਇਆ, ਸੰਗਤ ਮੇਰਾ ਮਨ ਵੀ ਤੰਦਰੁਸਤ ਹੋਣਾ ਸ਼ੁਰੂ ਹੋ ਗਿਆ। ਮੈਂ ਆਪਣਾ ਐਕਸਪੀਰੀਅੰਸ ਦੱਸ ਰਿਹਾ ਤੁਹਾਨੂੰ। ਘਰ 'ਚ ਚੀਜ਼ ਬਣਾਓ, ਆਪ ਬਣਾਓ। ਤੁਸੀਂ ਕਿੰਨੇ ਵੀਡੀਓ ਦੇਖਦੇ ਹੋ ਇੰਡੀਆ ਵਿੱਚ ਜਿਹੜੀ ਗੱਚਕ ਬਣਦੀ ਹੈ, ਤੁਸੀਂ ਇੱਥੇ 10 ਵਾਰੀ ਹੱਥ ਧੋਂਦੇ ਹੋ, ਉਹ ਜਿਹੜੀ ਗੱਚਕ ਖਾਂਦੇ ਹੋ, ਜਿਹੜੀ ਉਹ ਖਾਂਦੇ ਹੋ, ਮਠਿਆਈ ਖਾਂਦੇ ਆ, ਜੋ ਕੁਝ ਖਾਂਦੇ ਆ, ਇੰਨੇ ਗੰਦ ਵਿੱਚ ਤਿਆਰ ਹੁੰਦਾ। ਥੋੜੇ ਔਖੇ ਹੋ ਜਾਓ, ਇੱਥੇ ਸੰਗਤ ਵਿੱਚੋਂ ਕੋਈ ਜਿਹੜੇ ਹਲਵਾਈ ਦਾ ਕੰਮ ਕਰ ਸਕਦੇ ਆ, ਕੁਕਿੰਗ ਦਾ ਜਾਂ ਸ਼ੈਫ ਦਾ, ਉਹ ਗੁਰਦੁਆਰੇ ਲਿਆ ਕੇ ਆਪਣੇ ਪ੍ਰਬੰਧਕ ਵੀਰਾਂ ਨਾਲ ਗੱਲ ਕਰੋ ਕਿ ਅਸੀਂ ਇੱਥੇ ਇਮਾਨਦਾਰੀ ਨਾਲ ਵਧੀਆ ਤਿਆਰ ਕੀਤਾ ਹੋਇਆ ਸਮਾਨ ਦੇਣਾ, ਸੰਗਤ ਆਪਣੇ ਗੁਰਸਿੱਖਾਂ ਕੋਲੋਂ ਖਰੀਦੇ। ਇਜ਼ਰਾਈਲ ਦੇ ਵਿੱਚ ਜਿੰਨੇ ਇਜ਼ਰਾਈਲ ਵਾਲੇ ਨੇ ਨਾ, ਉਹ ਇਜ਼ਰਾਈਲ ਦੇ ਬਣਾਏ ਹੋਏ ਪ੍ਰੋਡਕਟ ਹੀ ਖਾਂਦੇ ਆ, ਉਹਨਾਂ ਨੂੰ ਬਾਹਰੋਂ ਕੋਈ ਪ੍ਰੋਡਕਟ ਨਹੀਂ ਆਉਂਦਾ, ਸਾਰੇ ਆਰਗੈਨਿਕ ਖਾਂਦੇ ਆ। ਤੇ ਜੇ ਗੁਰਸਿੱਖ ਆਪ ਬਣਾ ਕੇ ਆਪੋ 'ਚ ਉਹਦੀ ਵਪਾਰ ਕਰਨਗੇ, ਤੁਹਾਡੀ ਸਿਹਤ ਵੀ ਚੰਗੀ ਹੋਵੇਗੀ। ਅੰਨ ਪਾਣੀ ਥੋੜਾ ਖਾਇਆ, ਇੱਕ ਰੋਟੀ ਘੱਟ ਕਰ ਦਿਓ ਜਿੰਨੀ ਖਾਂਦੇ ਹੋ, ਥੋੜਾ ਫਰੂਟ ਨੈਚੁਰਲ। ਤੁਸੀਂ ਕਹੋਗੇ ਡਾਕਟਰ ਬਣ ਗਿਆ, ਤੁਸੀਂ ਸੈਲਡ ਖਾਣਾ ਸ਼ੁਰੂ ਕਰ ਦਿਓ, ਸਾਦਾ ਪਾਣੀ ਪੀਓ ਰੱਜ ਕੇ। ਮਹਾਰਾਜ ਜੀ ਕਹਿਣ ਲੱਗੇ ਘਟਾ ਦੇ ਆਪਣੀਆਂ ਜ਼ਰੂਰਤਾਂ। ਜਿੰਨੇ ਸੂਟ ਤੁਹਾਡੇ 2 ਸਾਲ ਪੁਰਾਣੇ ਪਏ ਆ, ਦਾਨ ਕਰੋ, ਇੰਡੀਆ ਭੇਜ ਦਿਓ ਗਰੀਬਾਂ ਨੂੰ। ਜੈਕਟਾਂ ਦੀ ਉਹਨਾਂ ਨੂੰ ਲੋੜ ਆ, ਸਾਡੀਆਂ ਇੱਥੇ ਕਬੜਾਂ ਭਰੀਆਂ ਪਈਆਂ। ਜ਼ਰੂਰਤਾਂ ਘਟਾ ਲਓਗੇ, ਸੁਖੀ ਹੋ ਜਾਓਗੇ। ਓਨੈਸਟਲੀ ਮੇਰਾ ਏਮ ਹੈ, ਮੈਂ ਫੈਮਿਲੀ ਨਾਲ ਗੱਲ ਕਰਦਾ, ਸਟਰਗਲ ਕਰਨੀ ਪੈ ਰਹੀ ਹੈ ਕਿ ਤੁਹਾਡੇ ਸਿਰ ਤੇ ਮੌਰਗੇਜ ਨਹੀਂ ਹੋਣੀ ਚਾਹੀਦੀ। ਘਰ ਭਾਵੇਂ 4 ਦੀ ਬਜਾਏ 2 ਬੈਡਰੂਮ ਦਾ ਹੋ ਜਾਏ, ਇਹ ਮੈਂ ਸੋਚਦਾ ਆ। ਉਹਨੇ ਦੁਨੀਆ ਤੋੜੇ ਬੰਧਨਾ, ਅੰਨ ਪਾਣੀ ਥੋੜਾ ਖਾਇਆ, ਤੂੰ ਬਖਸ਼ੀਸ਼ੀ ਅਗਲਾ। ਵਾਹਿਗੁਰੂ ਤੇਰੇ ਪਿਆਰੇ ਨੂੰ ਭਰੋਸਾ ਹੋ ਗਿਆ ਕਿ ਬਖਸ਼ਿਸ਼ਾਂ ਕਰਨ ਵਾਲਾ ਤੂੰ ਹੈ। ਤੂੰ ਬਖਸ਼ੀਸ਼ੀ ਅਗਲਾ, ਨਿਤ ਦੇਵੈਂ ਚੜ੍ਹੈ ਸਵਾਇਆ। ਜਦੋਂ ਵਾਹਿਗੁਰੂ ਕੋਲੋਂ ਮੰਗਦੇ ਆ ਨਾ, ਫਿਰ ਅੰਦਰ ਸੰਤੋਖ, ਸਤ, ਦਇਆ, ਧਰਮ, ਪ੍ਰੇਮ ਤੇ ਸਹਿਜ ਦੀ ਦਾਤ ਮਿਲਦੀ ਹੈ। ਜਦੋਂ ਵਾਹਿਗੁਰੂ ਦੀ ਦਿੱਤੀ ਦਾਤ ਮਿਲਦੀ ਹੈ, ਉਸ ਮਨੁੱਖ ਦਾ ਜੀਵਨ ਬਦਲ ਜਾਂਦਾ ਹੈ। ਤੂੰ ਬਖਸ਼ੀਸ਼ੀ ਅਗਲਾ, ਨਿਤ ਦੇਵੈਂ ਚੜ੍ਹੈ ਸਵਾਇਆ, ਵਡਿਆਈ ਵੱਡਾ ਪਾਇਆ। ਇੱਕ ਪੰਥ ਦੇ ਬੜੇ ਪ੍ਰਸਿੱਧ ਰਾਗੀ ਹੋਏ ਨੇ, ਉਹਨਾਂ ਨੂੰ ਕਿਸੇ ਨੇ ਪੁੱਛਿਆ, ਕਹਿਣ ਲੱਗੇ ਭਾਈ ਸਾਹਿਬ ਜੀ ਤੁਹਾਨੂੰ ਤੇ ਭੇਟਾ ਘੱਟ ਮਿਲਦੀ, ਗੁਜ਼ਾਰਾ ਕਿਵੇਂ ਚੱਲਦਾ? ਉਹ ਕਹਿਣ ਲੱਗੇ ਭੇਟਾ ਦੀ ਨਹੀਂ ਗੱਲ, ਬੜੇ ਵਧੀਆ ਮਿਲ ਜਾਂਦੇ ਆ। ਕਹਿਣ ਲੱਗੇ ਪਰਿਵਾਰ ਦਾ, ਘਰ-ਬਾਰ ਦਾ? ਉਹ ਕਹਿਣ ਲੱਗੇ ਜਿਸ ਗੁਰੂ ਦਾ ਮੈਂ ਜਸ ਗਾਉਣਾ ਨਾ, ਉਸ ਗੁਰੂ ਨੂੰ ਚਿੰਤਾ, ਮੈਂ ਕਦੀ ਰੋਟੀ ਦੀ ਚਿੰਤਾ ਹੀ ਨਹੀਂ ਕੀਤੀ, ਮੈਂ ਰਾਜ਼ਕ ਦਾ ਜਸ ਗਾਉਣਾ। ਰੋਟੀ ਦੀ ਚਿੰਤਾ ਛੱਡ ਦਿਓ। ਨਾਨਕ ਚਿੰਤਾ ਮਤ ਕਰੋ, ਚਿੰਤਾ ਤੇ ਸੀ। ਤੁਸੀਂ ਦੇਖੋ ਹੋਮਲੈਸ ਰੋਟੀ ਖਾਂਦੇ ਸ਼ਾਮ ਨੂੰ, ਜਾ ਕੇ ਦੇਖ ਲਿਓ ਸਲਾਹ ਦੇ ਵਿੱਚ, ਲੰਡਨ ਦੇ ਵਿੱਚ ਦੇਖ ਲਿਓ, ਰੋਟੀ ਉਹਨਾਂ ਨੂੰ ਵੀ ਮਿਲ ਰਹੀ ਹੈ, ਰੋਟੀ ਸਾਨੂੰ ਮਿਲ ਰਹੀ ਹੈ। ਪਰ ਸਾਡੇ ਕੋਲ ਚਿੰਤਾ ਦੇ ਭੰਡਾਰ ਨੇ। ਚਿੰਤਾ ਇੱਥੇ ਰੱਖ ਜਾਵੋ, ਇੱਥੋਂ ਵਾਹਿਗੁਰੂ ਦੀ ਯਾਦ ਲੈ ਕੇ ਜਾਵੋ। ਆਉਣ ਵਾਲਾ ਨਵਾਂ ਸਾਲ ਤੁਹਾਡੀ ਜ਼ਿੰਦਗੀ 'ਚ ਇਨਕਲਾਬ ਲੈ ਕੇ ਆਵੇਗਾ। ਦੂਸਰਿਆਂ ਨੂੰ ਬਦਲਣਾ ਛੱਡ ਕੇ ਆਪਣੇ ਆਪ ਨੂੰ ਬਦਲਣਾ। ਤੇ ਗੁਰੂ ਸਾਹਿਬ ਭੱਟ ਜੀ ਕਹਿਣ ਲੱਗੇ ਕੱਚੋ ਕੰਚਨ ਭਇਓ, ਸ਼ਬਦ ਗੁਰ ਸ਼ਰਵਣੈ ਸੁਣਿਓ। ਗੁਰੂ ਦੇ ਸ਼ਬਦ ਸੁਣੋ, ਦੂਜਿਆਂ ਨੂੰ ਘੱਟ ਕਰ ਦਿਓ। ਇਹੋ ਬਦਲਾਓ ਹੈ, ਇਹੋ ਨਿਊ ਈਅਰ ਹੈ। ਬਿਖ ਤੇ ਅੰਮ੍ਰਿਤ ਹੋਇਓ, ਨਾਮ ਸਤਿਗੁਰ ਮੁਖ ਭਣਿਓ। ਕੰਨਾਂ ਦੇ ਨਾਲ ਗੁਰੂ ਦੇ ਸ਼ਬਦ ਸੁਣਨੇ, ਰਸਨਾ ਦੇ ਨਾਲ ਗੁਰਬਾਣੀ ਦੇ ਸ਼ਬਦ ਕੰਠ ਕਰੋ, ਗੁਰਬਾਣੀ ਕੰਠ ਕਰੋ, ਗੁਰੂ ਦੇ ਸ਼ਬਦ ਬੋਲੋ। ਕੱਚੋ ਕੰਚਨ ਭਇਓ, ਸ਼ਬਦ ਗੁਰ ਸ਼ਰਵਣੈ ਸੁਣਿਓ। ਬਿਖ ਤੇ ਅੰਮ੍ਰਿਤ ਹੋਇਓ, ਨਾਮ ਸਤਿਗੁਰ ਮੁਖ ਭਣਿਓ। ਲੋਹੋਂ ਹੋਇਓ ਲਾਲ, ਨਦਰ ਸਤਿਗੁਰ ਜਦ ਧਾਰੈ। ਤੀਜੀ ਕਿਰਪਾ ਗੁਰੂ ਦੀ ਹੈ। 2 ਕਰਮ ਅਸੀਂ ਕਰਨੇ ਨੇ, ਕੰਨਾਂ ਦੇ ਨਾਲ ਗੁਰੂ ਦੀ ਸਿਫਤੋ ਸਲਾਹ, ਰਸਨਾ ਦੇ ਨਾਲ ਗੁਰੂ ਦਾ ਜਪ। ਮਹਾਰਾਜ ਜੀ ਕਹਿਣ ਲੱਗੇ ਫਿਰ ਗੁਰੂ ਕਿਰਪਾ ਕਰਦਾ, ਫਿਰ ਤੁਸੀਂ ਬੁਰੇ ਤੋਂ ਭਲੇ ਬਣ ਜਾਂਦੇ ਹੋ, ਮਨਮੁਖ ਤੋਂ ਗੁਰਮੁਖ ਬਣ ਜਾਂਦੇ ਹੋ। ਫਿਰ ਤੁਸੀਂ ਜਿਹੜੇ ਫੁੱਲ ਆਫ ਕੰਪਲੇਂਟ ਸੀ, ਤੁਸੀਂ ਸ਼ੁਕਰਾਨੇ ਵਿੱਚ ਜੁੜ ਜਾਂਦੇ ਹੋ। ਫਿਰ ਤੁਸੀਂ ਬੁਰਾ ਸੋਚਣ ਦੀ ਬਜਾਏ ਸਰਬੱਤ ਦਾ ਭਲਾ ਕਰਦੇ ਹੋ। ਵਿਖ ਤੇ ਅੰਮ੍ਰਿਤ ਹੋਇਓ, ਨਾਮ ਸਤਿਗੁਰ ਮੁਖ ਭਣਿਓ। ਕਾਠੋ ਸ਼੍ਰੀਖੰਡ ਸਤਿਗੁਰ ਕੀਓ, ਦੁਖ ਦਰਿਦਰ ਤਿਨਕੇ ਗਏ। ਸਤਿਗੁਰੂ ਚਰਨ ਜਿਨ ਪਰਸਿਆ,
ਸੇ ਪਸ਼ ਪ੍ਰੇਤ ਸੁਰ ਨਰ ਭਏ। ਜਿਨ੍ਹਾਂ ਨੇ ਗੁਰੂ ਦੇ ਚਰਨ ਪਰਸੇ ਉਹ ਪਸ਼ੂਆਂ ਵਾਲੀ ਪ੍ਰੇਤਾਂ ਵਾਲੀ ਬਿਰਤੀ ਤੋਂ ਦੇਵਤਿਆਂ ਵਾਲੀ ਬਿਰਤੀ ਵਾਲੇ ਬਣ ਗਏ। ਉਹ ਬੁਰਿਆਂ ਤੋਂ ਭਲੇ ਬਣ ਗਏ, ਉਹ ਮਨਮੁਖ ਤੋਂ ਗੁਰਮੁਖ ਬਣ ਗਏ। ਉਹਨਾਂ ਦਾ ਸੰਸਾਰ ਵਿੱਚ ਆਉਣਾ ਸਫਲ ਹੋਇਆ। ਇਸ ਕਰਕੇ ਜਦੋਂ ਤੋਂ ਗੁਰੂ ਨੂੰ ਸੁਣਨਾ ਸ਼ੁਰੂ ਕਰ ਦਿੱਤਾ ਉਦੋਂ ਤੋਂ ਜੀਵਨ ਵਿੱਚ ਸਿੱਖੀ ਆਏਗੀ। ਭਾਈ ਲਹਿਣਾ ਜੀ ਨੇ ਦੋ ਕੰਮ ਕੀਤੇ ਸਨ। ਜਦੋਂ ਗੁਰੂ ਨਾਨਕ ਸਾਹਿਬ ਨੂੰ ਪਹਿਲੀ ਵਾਰੀ ਮੱਥਾ ਟੇਕਿਆ, ਗੁਰੂ ਨਾਨਕ ਸਾਹਿਬ ਜੀ ਨੂੰ ਗੁਰੂ ਧਾਰਿਆ, ਉਸ ਦਿਨ ਤੋਂ ਬਾਅਦ ਭਾਈ ਲਹਿਣਾ ਜੀ ਨੇ ਕਿਸੇ ਦੂਜੇ ਨੂੰ ਮੱਥਾ ਨਹੀਂ ਜੇ ਟੇਕਿਆ। ਉਚਾਰਨ ਕਰਿਓ ਸਤਨਾਮ। ਤੁਸੀਂ ਇਤਿਹਾਸ ਪੜ੍ਹ ਲਓ, ਮੈਨੂੰ ਨਹੀਂ ਲੱਭਿਆ। ਗੁਰੂ ਨਾਨਕ ਸਾਹਿਬ ਨੂੰ ਮੱਥਾ ਟੇਕਿਆ, ਕਿਸੇ ਹੋਰ ਨੂੰ ਨਹੀਂ ਟੇਕਿਆ। ਤੇ ਉਸ ਦਿਨ ਤੋਂ ਬਾਅਦ ਜਦੋਂ ਅੰਤਰ ਆਤਮੇ ਨੂੰ ਸੁਣਨਾ ਸੀ, ਵਾਹਿਗੁਰੂ ਨਾਲ ਮਿਲਾਪ ਕਰਨਾ ਸੀ, ਉਦੋਂ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਪੜ੍ਹੇ ਸੁਣੇ, ਕਿਸੇ ਦੂਸਰੇ ਨੂੰ ਨਹੀਂ ਸੁਣਿਆ। ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿ ਉਠੇ, ਗੁਰ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਬਾਸ ਨਾ ਪਰਿਆ ਰੇ। ਸਮਾਂ ਕੱਢ ਕੇ ਗੁਰੂ ਜੀ ਦੇ ਬਚਨਾਂ ਨੂੰ ਪੜ੍ਹਨਾ, ਸੁਣਨਾ, ਅਰਦਾਸ ਕਰਨੀ, ਮਹਾਰਾਜ ਇਹ ਤੇਰੇ ਬਚਨ ਮੇਰੇ ਜੀਵਨ ਵਿੱਚ ਆ ਜਾਣ। ਜਿੱਦਣ ਜੀਵਨ 'ਚ ਆਉਣੇ ਸ਼ੁਰੂ ਹੋ ਗਏ, ਨਵਾਂ ਸਾਲ ਹੋਵੇਗਾ। ਅਰਦਾਸ ਕਰਨਾ ਆਉਣ ਵਾਲਾ ਕੱਲ ਸਾਡੇ ਜੀਵਨ ਵਿੱਚ ਗੁਰਮਤਿ ਦੀ ਨਵੀਂ ਰੌਸ਼ਨੀ ਲੈ ਕੇ ਆਵੇ, ਗੁਰੂ ਦੇ ਨਾਲ ਪਿਆਰ ਲੈ ਕੇ ਆਵੇ, ਸਰਬੱਤ ਦੇ ਭਲੇ ਦੀ ਇੱਛਾ ਲੈ ਕੇ ਆਵੇ, ਚੜ੍ਹਦੀ ਕਲਾ ਲੈ ਕੇ ਆਵੇ, ਸਦਾ ਆਨੰਦ ਖੇੜਾ ਲੈ ਕੇ ਆਵੇ। ਅਸੀਂ ਅਧਿਆਤਮਿਕ ਤੌਰ ਤੇ ਕਹਿ ਸਕੀਏ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ਼। ਹੋਈਆਂ ਗਲਤੀਆਂ ਦੀ ਖਿਮਾ ਸੰਗਤ। ਬੜੇ ਸਤਿਕਾਰਯੋਗ ਵੀਰ ਜੀ ਨਿਰਮਲ ਸਿੰਘ ਹੋਰੀ ਵੀ ਆਏ ਹੈ, ਉਹਨਾਂ ਨੇ ਵੀ ਆਪ ਜੀ ਦੇ ਦਰਸ਼ਨ ਕਰਨੇ। ਬਹੁਤ ਧੰਨਵਾਦ ਪ੍ਰਬੰਧਕ ਵੀਰਾਂ ਦਾ, ਜਿਨ੍ਹਾਂ ਨੇ ਬੁਲਾ ਕੇ ਆਪ ਸਭ ਸੰਗਤਾਂ ਦੇ ਦਰਸ਼ਨ ਕਰਾਏ ਹੈ। ਸੰਗਤ ਜੀ ਇੱਕ ਅਸੀਸ ਬਖਸ਼ਿਓ, ਜੋ ਬਚਨ ਮੈਂ ਤੁਹਾਡੇ ਨਾਲ ਸਾਂਝੇ ਕੀਤੇ ਹੈ ਮੈਂ ਆਪਣੇ ਜੀਵਨ 'ਚ ਕਮਾ ਸਕਾਂ। ਫਤਿਹ ਗੱਜ ਕੇ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।